ISX Volvo Mercedes Sprinter ਜਿਹੀ ਮੋਟਰ ਹੋਵੇ, ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ क्विक ट्रक ल्यूब ट्रक सर्विसिंग। वाह भाई वाह, कोई अपॉइंटमेंट नहीं, ड्राइव थ्रू फैसिलिटी यूज करो। 2 लोकेशंस तुसी जानते ही हो, एग्जिट 268 ऑन हाईवे 401 और एग्जिट 5 ऑन QEW। क्विक ट्रक ल्यूब, खुश होके परतोगे। मान लो 519 622 0660 519 622 0660 QTL because we care। Quick Truck Lube। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ट्रकिंग वाले वीरो ध्यान नाल सुनो, ट्रक जिद्दां दा भी चलाउने हो, मैनुअल ਜਾਂ ਆਟੋਮੈਟਿਕ, क्विक ट्रक ल्यूब चेते आही ना रखियो। ट्रक दी बढ़िया सर्विस ਲਈ क्विक ट्रक ल्यूब। लो जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप। 519622 0660 ਜਾਂ quicktrucklube.com। QTL because we care। Quick Truck Lube। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਅਕਾਲ ਟਰੱਕ ਐਂਡ ਟ੍ਰੇਲਰ ਵਿਨੀਪੈਗ ਮੈਨੀਟੋਬਾ ਹੁਣ ਆਪਣੀ ਨਵੀਂ ਲੋਕੇਸ਼ਨ 'ਤੇ ਚਲੇ ਗਏ ਨੇ ਜੀ। ਲੋਕੇਸ਼ਨ ਹੈ ਜੀ 82 ਰੇਨਮ ਡਰਾਈਵ, ਫਾਰਮਰਸ ਰੋਡ, ਵਿਨੀਪੈਗ। ਹੁਣ ਇੱਥੇ ਤੁਹਾਨੂੰ ਵਾਸ਼, ਕੁਇਕ ਟਰੱਕ ਲਿਊਬ ਦੇ ਨਾਲ ਨਾਲ ਪਾਰਕਿੰਗ ਦੀ ਵੀ ਸਹੂਲਤ ਉਪਲਬਧ ਹੈ। ਸੋ ਤੁਸੀਂ ਬਲਤੇਜ ਪਨੇਸਰ ਹੋਰਾਂ ਨਾਲ 204 459 2000 'ਤੇ ਕਾਲ ਕਰ ਸਕਦੇ ਹੋ। ਅਤੇ ਬੇਕਰਸਵੀਲ ਏਰੀਆ ਵਿੱਚ ਬਿਜਲੀ ਦੇ ਬਿੱਲਾਂ ਤੋਂ ਨਿਜਾਤ ਪਾਉਣ ਦੇ ਲਈ ਸੰਪਰਕ ਕਰੋ ਜਤਿੰਦਰ ਸਿੰਘ ਤੂਰ ਹੋਰਾਂ ਨਾਲ 661 754 1722 'ਤੇ। ਅਤੇ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਸਾਡੇ ਪ੍ਰਧਾਨ ਮੰਤਰੀ ਜੀ ਦੀ। ਪਹਿਲਾਂ ਪਤਾ ਚੱਲਿਆ ਸੀਗਾ ਗੁਰੂ ਤੇਗ ਬਹਾਦਰ ਜੀ ਦਾ ਬੁੱਤ ਸਥਾਪਿਤ ਕਰਨ ਲੱਗੇ ਸੀ, ਉਹਦਾ ਵਿਰੋਧ ਕੀਤਾ ਗਿਆ ਸਿੱਖ,
ਧਰਮ ਦੇ ਬੁੱਧੀਜੀਵੀਆਂ ਵੱਲੋਂ, ਉਹ ਪਤਾ ਨਹੀਂ ਕਿੱਥੇ ਕੁ ਮਾਮਲਾ ਹੈ। ਪਰ ਉਸ ਤੋਂ ਬਾਅਦ ਹੁਣ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਿਆਨ ਆਇਆ ਕਿ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਮਨਾਉਣਾ ਜਿਹੜਾ ਕੌਮੀ ਫਰਜ਼ ਹੈ, ਇਹ ਕਿੱਧਰੋਂ ਬੋਲ ਰਿਹਾ? ਇਹ ਉਸ ਵਕਤ ਸ਼ਾਇਦ ਆਪਾਂ ਗੱਲ ਕਰੀਏ ਕਿਉਂਕਿ RSS ਵੀ ਹੁਣ ਕਾਫੀ ਤੜਫੀ ਹੋਈ ਆ, ਉਹ ਵੀ ਕਹਿ ਰਹੀ ਹੈ ਕਿ SGPC ਵੱਲੋਂ ਜਿਹੜਾ RSS ਵਿਰੋਧੀ ਮਤਾ ਲਿਆਉਣਾ ਹੈ ਉਹ ਵੀ ਗੈਰ ਕਾਨੂੰਨੀ ਹੈ, ਗੈਰ ਸੰਵਿਧਾਨਿਕ ਹੈ, ਗੈਰ ਸਮਾਜਿਕ ਹੈ। ਦੇਖੋ, ਜਿੱਥੋਂ ਤੱਕ ਤਾਂ RSS ਦੇ ਖਿਲਾਫ SGPC ਵੱਲੋਂ ਮਤਾ ਲੈ ਕੇ ਆਉਣਾ ਉਹ ਇੱਕ ਵੱਖਰੀ ਗੱਲ ਹੈ ਜੀ। ਇਹ ਮਤਾ ਕਿਹੜੇ ਵੇਲੇ ਆਇਆ? ਇਹ ਮਤਾ ਉਸ ਵੇਲੇ ਆਇਆ ਜਦੋਂ ਅਕਾਲੀ ਦਲ ਦਾ ਤੋੜ ਵਿਛੋੜਾ ਭਾਰਤੀ ਜਨਤਾ ਪਾਰਟੀ ਨਾਲੋਂ ਹੋ ਚੁੱਕਾ ਹੈ ਜੀ, ਕਿਉਂਕਿ ਇਹ ਉਹੀ SGPC ਹੈ ਜਿਹੜੀ SGPC ਨੇ ਪ੍ਰਵਾਨਗੀ ਦਿੱਤੀ ਸੀ ਸਿੱਖ ਇਤਿਹਾਸ ਹਿੰਦੀ ਦੇ ਵਿੱਚ ਜਿਹੜੀ ਕਿਤਾਬ ਛਪੀ ਵੀ ਹੈ ਜੀ, ਜਿਹਦੇ ਵਿੱਚ ਸਿੱਖ ਗੁਰੂਆਂ ਬਾਰੇ ਬੜਾ ਅਵਾ-ਤਵਾ ਲਿਖਿਆ ਗਿਆ ਔਰ ਬੜਾ ਸਿੱਖ ਇਤਿਹਾਸ ਨੂੰ ਤੋੜਨ ਮਰੋੜਨ ਦਾ ਯਤਨ ਕੀਤਾ ਗਿਆ ਜੀ। ਉਹਦਾ ਵਿਰੋਧ ਵੀ ਬਹੁਤ ਹੋਇਆ, ਹਾਈ ਕੋਰਟ ਤੱਕ ਮਾਮਲਾ ਗਿਆ, ਲੇਕਿਨ SGPC ਦੇ ਕੰਨ ਤੇ ਜੂੰ ਨਹੀਂ ਸੀ ਸਰਕੀ ਜੀ। ਹੁਣ ਸਵਾਲ ਕਿਉਂਕਿ ਇਹ ਪੈਦਾ ਹੋ ਗਿਆ ਕਿ ਅਕਾਲੀ ਦਲ ਦਾ ਤੋੜ ਵਿਛੋੜਾ ਹੋ ਗਿਆ ਤੇ ਤੋੜ ਵਿਛੋੜੇ ਦਾ ਕਾਰਨ ਵੀ ਇਹ ਹੈ ਕਿ ਅਕਾਲੀ ਦਲ ਨੇ ਪਹਿਲਾਂ ਗਲਤੀ ਕੀਤੀ, ਕਿਸਾਨ ਕਾਨੂੰਨਾਂ ਦੇ ਮੁੱਦੇ ਦੇ ਉੱਤੇ ਕੇਂਦਰ ਦੇ ਨਾਲ ਖੜ ਗਿਆ ਜੀ। ਜਦੋਂ ਇਹ ਦੇਖਿਆ ਕਿ ਜ਼ਮੀਨ ਪੈਰਾਂ ਹੇਠੋਂ ਨਿਕਲ ਗਈ ਹੈ ਤੇ ਹਾਲਾਤ ਲਗਭਗ ਉਹੋ ਜਿਹੇ ਹੋ ਗਏ ਜਿਵੇਂ 2015-16 ਚ ਹੋਏ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ, ਤੇ ਫਿਰ ਨਾਲ ਦੀ ਨਾਲ ਇਹਨਾਂ ਨੇ ਮੋੜਾ ਕੱਟ ਲਿਆ। ਬੀਬੀ ਜੀ ਕੈਬਨਿਟ ਤੋਂ ਵੀ ਬਾਹਰ ਆ ਗਏ ਔਰ NDA ਨਾਲੋਂ ਨਾਤਾ ਵੀ ਤੋੜ ਲਿਆ। ਤੇ ਫਿਰ ਤੁਸੀਂ ਇੱਕ ਹੋਰ ਗੱਲ ਦੇਖੋ ਜੀ ਕਿ ਇਹਨਾਂ ਨੇ ਕੀ ਕੀਤਾ ਸੀ। ਇਹਨਾਂ ਨੇ ਫਿਰ ਇਹ ਗੱਲ ਕਹਿਤੀ ਸੀ ਕਿ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਉਤਸਵ ਮਨਾਉਣਾ ਹੈ ਜੀ, ਉਹਦੇ 'ਚ ਸ਼ਮੂਲੀਅਤ ਲਈ ਪ੍ਰਧਾਨ ਮੰਤਰੀ ਨੂੰ ਉਚੇਚੇ ਤੌਰ ਤੇ ਸੱਦਾ ਨਹੀਂ ਦਿੱਤਾ ਜਾਊਗਾ ਜੀ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫੈਸਲਾ ਹੈ। ਅੱਛਾ ਜੀ। ਅਗਲੀ ਇਹਦੇ ਨਾਲ ਗੱਲ ਜੁੜਦੀ ਹੈ ਜਿਹੜੀ ਉਹ ਇਹ ਹੈ ਕਿ ਜਦੋਂ ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਉਤਸਵ ਮਨਾਇਆ ਜੀ ਸੁਲਤਾਨਪੁਰ ਲੋਧੀ, ਉਸ ਵੇਲੇ ਉਸ ਪ੍ਰਕਾਸ਼ ਉਤਸਵ ਨੂੰ ਮਨਾਉਣ ਵਾਸਤੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਮਿਆਨ ਇੱਕ ਸਹਿਮਤੀ ਬਣ ਚੱਲੀ ਜੀ ਔਰ ਇਹ ਸਹਿਮਤੀ ਵੀ ਅਕਾਲ ਤਖਤ ਸਾਹਿਬ ਦੀ ਦਖਲਅੰਦਾਜ਼ੀ ਨਾਲ ਬਣੀ ਸੀ ਕਿ ਰਲ ਮਿਲ ਕੇ ਬਣਾ ਲਓ। ਤਾਂ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਖੀਰ ਦੇ ਵਿੱਚ ਆ ਕੇ ਕਿਹਾ ਸੀ ਕਿ ਅਸੀਂ ਤਾਂ ਆਪਣਾ ਪੰਡਾਲ ਅਲੱਗ ਲਾਵਾਂਗੇ ਜੀ। ਹਾਲਾਂਕਿ ਪੰਜਾਬ ਸਰਕਾਰ ਨੇ ਜਿਹੜਾ ਪ੍ਰਬੰਧ ਕੀਤਾ ਹੋਇਆ ਸੀਗਾ ਵੱਡੇ ਪੰਡਾਲ ਦਾ, ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਉਤਸਵ ਮਨਾਉਣ ਵਾਸਤੇ, ਉਹਨਾਂ ਨੇ ਕਿਹਾ ਸੀ ਕਿ ਆਜੋ ਜੀ, ਤੁਸੀਂ ਵੀ ਆਜੋ, ਸਾਂਝੇ ਤੌਰ ਤੇ ਬੈਠ ਸਕਦੇ ਆ। ਪਰ ਕਿਉਂਕਿ ਉਸ ਜਿਹੜਾ ਹੈਗਾ ਜੀ ਪ੍ਰਾਈਮ ਮਿਨਿਸਟਰ ਨੇ ਵੀ ਆਉਣਾ ਸੀਗਾ ਉੱਥੇ, ਇਹੀ ਪ੍ਰਾਈਮ ਮਿਨਿਸਟਰ ਸੀ ਨਰਿੰਦਰ ਮੋਦੀ। ਜਦੋਂ ਨਰਿੰਦਰ ਮੋਦੀ ਨੇ ਆਉਣਾ ਸੀ ਤਾਂ ਨਰਿੰਦਰ ਮੋਦੀ ਦੇ ਨਾਲ ਕੁਦਰਤੀ ਹੈ ਕਿ ਚੀਫ ਮਿਨਿਸਟਰ ਜਿਹੜਾ ਸਟੇਟ ਦਾ ਉਹਨੇ ਵੀ ਬੈਠਣਾ ਬਿਲਕੁਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਵੀ ਬੈਠਣਾ ਸੀ, ਉਦੋਂ ਗੋਬਿੰਦ ਸਿੰਘ ਲੌਂਗੋਵਾਲ ਹੋ ਸਕਦੇ ਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਉਚੇਚੀ ਜਗ੍ਹਾ ਦੇਣੀ ਪੈਣੀ ਸੀ। ਤੇ ਸਵਾਲ ਇਹ ਪੈਦਾ ਹੁੰਦਾ ਸੀ ਕਿ ਜੇ ਕੋਈ ਬੰਦਾ ਮੰਚ ਤੇ ਨਾਲ ਨਹੀਂ ਸੀ ਬੈਠ ਸਕਣਾ, ਉਹ ਜਾਂ ਤਾਂ ਸੁਖਬੀਰ ਸਿੰਘ ਬਾਦਲ ਸੀ ਤੇ ਜਾਂ ਪ੍ਰਕਾਸ਼ ਸਿੰਘ ਬਾਦਲ ਜੀ। ਫਿਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਉਂਕਿ ਪ੍ਰਧਾਨ ਮੰਤਰੀ ਦੇ ਨਾਲ ਬਿਠਾਉਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 12-13 ਕਰੋੜ ਰੁਪਏ ਦਾ ਇੱਕ ਅਲੱਗ ਪੰਡਾਲ ਲਾਇਆ ਸੀ ਔਰ ਉਹ 12-13 ਕਰੋੜ ਰੁਪਈਆ ਗਿਆ ਕਿੱਥੋਂ? ਗੁਰੂ ਕੀ ਗੋਲਕ ਦੇ ਵਿੱਚ। ਹੁਣ ਇਹ ਰੈਜੂਲੇਸ਼ਨ ਪਾਉਣਾ ਨਾ ਪਾਉਣਾ ਇੱਕ ਬੇਤੁਕੀਆਂ ਗੱਲ ਹੈ ਜੀ। ਅਸਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹੀ ਕਰਦੀ ਹੈ ਜੋ ਉਹਨਾਂ ਦੇ ਸਿਆਸੀ ਮਾਲਕ ਉਹਨਾਂ ਤੋਂ ਕਰਵਾਉਂਦੇ, ਸਿਆਸੀ ਮਾਲਕਾਂ ਦੇ ਮੁਤਾਬਕ ਹੈ। ਇਹ ਜਿਹੜੀ ਹੁਣ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਹੈ, ਸਟੇਟਮੈਂਟਰੀ, ਇਹ ਅਸਲ ਦੇ ਵਿੱਚ ਇੱਕ ਮੀਟਿੰਗ ਨੂੰ ਪ੍ਰੈਜ਼ਾਈਡ ਓਵਰ ਕੀਤਾ ਪ੍ਰਧਾਨ ਮੰਤਰੀ ਨੇ ਜੀ। ਔਰ ਉਹ ਮੀਟਿੰਗ ਜਿਹੜੀ ਹੈਗੀ ਹੈ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਉਤਸਵ ਮਨਾਉਣ ਵਾਸਤੇ ਆਯੋਜਿਤ ਕੀਤੀ ਗਈ ਸੀ ਜੀ। ਕਿਉਂਕਿ COVID-19 ਚੱਲਦਾ ਹੈ, ਇਹਦੇ ਚੱਲਦਿਆਂ ਮਤਲਬ ਇਹਨੂੰ ਫਿਜ਼ੀਕਲ ਮੀਟਿੰਗ ਨਹੀਂ, ਆਪਾਂ ਇਹਦੇ ਚ ਅਪੀਅਰੈਂਸ ਨਹੀਂ ਹੋ ਸਕਦੀ ਜੀ, ਹਾਜ਼ਰੀ ਨਹੀਂ ਹੋ ਸਕਦੀ। ਲੇਕਿਨ ਇਸ ਮੀਟਿੰਗ ਦੇ ਵਿੱਚ ਜਿਹੜੀਆਂ ਕੰਸਰਨ ਧਿਰਾਂ ਜਿਹੜੀਆਂ ਉਹਨਾਂ ਨੂੰ ਬੁਲਾਇਆ ਗਿਆ ਸੀ ਜੀ। ਹੋਰ ਵੀ ਬਹੁਤ ਸਾਰੇ ਲੋਕ ਬੁਲਾਏ ਹੋਣਗੇ, ਸ਼ਾਇਦ ਸੁਖਬੀਰ ਸਿੰਘ ਬਾਦਲ ਵੀ ਹੋਵੇ, ਲੇਕਿਨ ਮੈਂ ਅਖਬਾਰਾਂ ਦੇ ਵਿੱਚ ਉਹਦਾ ਨਾਂ ਨਹੀਂ ਪੜ੍ਹਿਆ। ਜਿਹੜੇ ਲੋਕ ਇਹਦੇ ਚ ਬੁਲਾਏ ਗਏ ਪ੍ਰਧਾਨ ਮੰਤਰੀ ਨੇ ਪ੍ਰੈਜ਼ਾਈਡ ਓਵਰ ਕੀਤਾ ਹੈ ਜੀ। ਗ੍ਰਹਿ ਮੰਤਰੀ ਅਮਿਤ ਸ਼ਾਹ ਬਤੌਰ ਗ੍ਰਹਿ ਮੰਤਰੀ ਦੇ ਵਿੱਚ ਸ਼ਾਮਲ ਹੈ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਸ਼ਮੂਲੀਅਤ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਮੂਲੀਅਤ ਹੁੰਦੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸ਼ਮੂਲੀਅਤ ਹੁੰਦੀ ਹੈ ਔਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਜੀ। ਕਿਉਂਕਿ ਬਿਹਾਰ ਜਿਹੜਾ ਹੈਗਾ ਪਟਨਾ ਸਾਹਿਬ ਹੈ, ਪਟਨਾ ਸਾਹਿਬ ਨੂੰ ਅਸੀਂ ਸਿੱਖ ਇਤਿਹਾਸ ਨਾਲੋਂ ਤੱਕ ਕਿਸੇ ਵੀ ਤਰੀਕੇ ਨਾਲ ਅਲੱਗ ਨਹੀਂ ਕੀਤਾ ਜਾ ਸਕਦਾ, ਨਹੀਂ ਵੇਖਿਆ ਜਾ ਸਕਦਾ। ਸੋ ਪਟਨਾ ਸਾਹਿਬ ਉੱਥੇ ਜਿਹੜੀ ਪਟਨਾ ਸਾਹਿਬ ਰਾਜਧਾਨੀ ਹੈ ਬਿਹਾਰ ਦੀ, ਤੇ ਬਿਹਾਰ ਦੇ ਮੁੱਖ ਮੰਤਰੀ ਦੀਆਂ ਵੀ ਸੇਵਾਵਾਂ ਦੀ ਲੋੜ ਹੈ ਜੀ। ਬਿਲਕੁਲ, ਕਿਉਂਕਿ ਜਿਹੜਾ ਗੁਰੂ ਸਾਹਿਬ ਦਾ ਪ੍ਰਕਾਸ਼ ਉਤਸਵ ਮਨਾਉਣਾ ਉੱਥੇ ਵੀ ਤਾਂ ਉਹ ਫੰਕਸ਼ਨ ਹੋਣਗੇ। ਹਾਂਜੀ। ਇਸ ਕਰਕੇ ਪ੍ਰਧਾਨ ਮੰਤਰੀ ਨੇ ਉਹ ਸਾਰਾ ਕੁਝ ਉਹਨਾਂ ਨੂੰ ਬੁਲਾਇਆ ਸੀ।
ਤੇ ਪ੍ਰਧਾਨ ਮੰਤਰੀ ਨੇ ਜਿਹੜੀਆਂ ਉੱਥੇ ਗੱਲਾਂ ਕਹੀਆਂ ਜੀ, ਉਹਨਾਂ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਉਤਸਵ ਮਨਾਉਣਾ ਜੀ, ਜਿੱਥੇ ਸਾਨੂੰ ਅਧਿਆਤਮਿਕ ਸਕੂਨ ਦਿੰਦਾ ਹੈ, ਹੂੰ, ਸਾਡੀ ਅਧਿਆਤਮਿਕ ਪੂਰਤੀ ਹੁੰਦੀ ਹੈ ਜੀ, ਉੱਥੇ ਨਾਲ ਦੀ ਨਾਲ ਹੀ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ, ਸਾਡਾ ਫਰਜ਼ ਬਣਦਾ ਹੈ ਜੀ, ਕਿ ਅਸੀਂ ਇਹਨਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਮਨਾਈਏ। ਔਰ ਇਹ ਜਿਹੜਾ ਹੈਗਾ ਪ੍ਰਕਾਸ਼ ਉਤਸਵ, ਇਹ ਇੱਕ ਦਿਨ ਨਹੀਂ ਮਨਾਉਣਾ, ਸਾਰਾ ਸਾਲ ਇਹਦੇ ਸਾਰਾ ਸਾਲ ਹੀ ਚੱਲੇਗਾ, ਸਾਰੇ ਸਾਲ ਇਹਦੇ ਫੰਕਸ਼ਨ ਚੱਲਣਗੇ। ਇਹ ਉਹਨਾਂ ਨੇ ਗੱਲ ਬਹੁਤ ਵਧੀਆ ਕੀਤੀ ਹੈ। ਅਗਲੀ ਗੱਲ ਪ੍ਰਧਾਨ ਮੰਤਰੀ ਨੇ ਜਿਹੜੀ ਕੀਤੀ ਹੈ, ਉਹਨੇ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ, ਗੁਰੂ ਸਾਹਿਬ ਦੀਆਂ ਸਿੱਖਿਆਵਾਂ, ਗੁਰੂ ਸਾਹਿਬ ਵੱਲੋਂ ਪਾਈਆਂ ਹੋਈਆਂ ਪਿਰਤਾਂ, ਗੁਰੂ ਸਾਹਿਬ ਦੀ ਕੁਰਬਾਨੀ, ਇਹ ਤੋਂ ਇਲਾਵਾ ਸਿੱਖ ਧਰਮ ਦੀਆਂ ਜਿਹੜੀਆਂ ਉੱਚੀਆਂ ਸੁੱਚੀਆਂ ਰਵਾਇਤਾਂ ਹੈ, ਖਾਸ ਕਰ ਲੰਗਰ, ਹਾਂਜੀ, ਜਿਹੜੀ ਸਿੱਖ ਧਰਮ ਦੇ ਵਿੱਚ ਜਿਹੜੀ ਦੂਜੇ ਦੇ ਲਈ ਕੁਰਬਾਨ ਹੋਣ ਵਾਲੀ ਸਪਿਰਿਟ ਹੈ, ਉਹ ਇਹਦੀ ਜਿਹੜੀ ਹੈਗੀ ਹੈ ਤੇ ਰਿਸਰਚ ਦੀ ਲੋੜ ਹੈ ਜੀ। ਇਹਦੀ ਪੂਰੀ ਤਰ੍ਹਾਂ ਖੋਜ ਪੜਤਾਲ ਕਰਕੇ ਕਿ ਕਿਵੇਂ ਗੁਰੂ ਨਾਨਕ ਦੇਵ ਤੋਂ ਲੈ ਕੇ ਜਿਹੜਾ ਸਿੱਖ ਇਤਿਹਾਸ ਹੈ ਸਾਰਾ 9ਵੇਂ ਗੁਰੂ ਤੋਂ 10ਵੇਂ ਗੁਰੂ ਤੱਕ, ਗੁਰੂ ਗ੍ਰੰਥ ਸਾਹਿਬ ਤੱਕ ਆਉਂਦਾ ਹੈ, ਇਹਨੂੰ ਸਾਰੇ ਨੂੰ ਰਿਸਰਚ ਕਰਕੇ ਚੰਗੀ ਤਰ੍ਹਾਂ ਤੇ ਇਹਦੀ ਡਾਕੂਮੈਂਟੇਸ਼ਨ ਦੀ ਲੋੜ ਹੈ। ਆਮ ਤੌਰ ਦੇ ਉੱਤੇ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਕੁਛ ਲਿਖਿਆ ਹੋਇਆ ਹੈ, ਲੇਕਿਨ ਸਮੁੱਚੇ ਸਿੱਖ ਇਤਿਹਾਸ ਨੂੰ ਜਿਹੜੀ ਹੈਗੀ ਉਹਦੀ ਡਾਕੂਮੈਂਟੇਸ਼ਨ, ਜਿਹੜੀ ਉਹਦੀ ਸਪਿਰਿਟ ਹੈ, ਬਹੁਤ ਵੱਡੀ ਗੱਲ ਕਹੀ ਹੈ ਨਰਿੰਦਰ ਮੋਦੀ ਨੇ। ਮੈਨੂੰ ਨਹੀਂ ਪਤਾ ਵੀ ਉਹਨੇ ਉੱਪਰੋਂ ਕਹੀ ਅੰਦਰੋਂ ਕਹੀ। ਇਹਦੇ ਦੋ ਤਰੀਕੇ ਵੀ ਹੋ ਸਕਦੇ ਢਿੱਲੋਂ ਸਾਹਿਬ, ਇਹਨੂੰ ਜਦੋਂ ਰੀਰਾਈਟ ਹੋਊਗਾ ਤਾਂ ਬੜਾ ਕੁਝ ਵੀ ਚੇਂਜ ਵੀ ਹੋ ਜਾਊਗਾ। ਨਹੀਂ, ਰੀਰਾਈਟ ਤਾਂ ਨਹੀਂ ਹੋਣਾ। ਪਰ ਜੋ ਵੀ ਹੈ, ਜਦੋਂ ਇੱਕ ਤਰ੍ਹਾਂ ਨਾਲ ਲਿਖਦੇ ਹੋ ਇਸ ਚੀਜ਼ ਨੂੰ, ਰਿਸਰਚ ਜਦੋਂ ਕਰਦੇ ਹੋ ਕਿਸੇ ਚੀਜ਼ ਤੇ, ਰਿਸਰਚ ਤਾਂ ਕਰਨ ਵਾਲੀ ਗੱਲ ਹੈ, ਕਿਉਂਕਿ ਇਹ ਰਿਸਰਚ ਜਿਹੜੀ ਹੈਗੀ, ਜੇ ਆਪਾਂ ਇਹ ਕਹਿ ਦਿਆਂਗੇ ਵੀ ਇਹ ਜਿਹੜੇ ਹੈਗੇ ਤੁਹਾਡੇ ਹਰਿਦੁਆਰ ਵਾਲੇ ਪਾਂਡੇ ਕਰਨਗੇ, ਉਹ ਤਾਂ ਨਹੀਂ ਕਰਨੀ ਤਾਂ ਸਿੱਖ ਬੁੱਧੀਜੀਵੀ ਨੇ। ਸਿੱਖ ਬੁੱਧੀਜੀਵੀ ਮੇਰਾ ਖਿਆਲ ਹੈ ਵੀ ਅੱਜ ਦੇ ਜ਼ਮਾਨੇ ਦੇ ਵਿੱਚ, ਕਿਉਂਕਿ ਸਿੱਖ ਧਰਮ ਕੋਈ ਬਹੁਤਾ ਪੁਰਾਣਾ ਨਹੀਂ, ਸਿੱਖ ਧਰਮ ਦੀ ਜੇ ਆਪਾਂ ਉਮਰ ਦੇਖੀਏ ਤੇ ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਉਤਸਵ ਮਨਾ ਕੇ ਹਟੇ ਆਪਾਂ। ਜੀ ਜੀ, 550 550 ਸਾਲ ਹੀ ਬਣਦੇ ਐ। ਜਦੋਂ ਬਾਬੇ ਨਾਨਕ ਨੇ ਮਤਲਬ ਬਚਪਨ ਦੇ ਵਿੱਚ, ਚਲੋ ਉਹਨਾਂ ਦੇ ਵਿੱਚ ਅਧਿਆਤਮਿਕ ਸ਼ਕਤੀ ਆ ਗਈ ਸੀ, ਜੀ ਜੀ, ਉਦੋਂ ਤੋਂ ਲੈ ਕੇ ਜਿਹੜੀ ਹੈਗੀ ਹੈ 500 550 ਸਾਲ, ਜਿਹੜਾ ਕੋਈ ਬਹੁਤਾ ਲੰਬਾ ਨਹੀਂ। ਤੀਜੀ ਚੌਥੀ ਪੀੜ੍ਹੀ ਦੇ ਵਿੱਚ ਤਾਂ ਆਪਣਾ 150 ਸਾਲ ਬੀਤ ਜਾਂਦਾ ਜੀ। ਠੀਕ ਹੈ, ਇਹ ਜਿਹੜੀਆਂ ਉਹ, ਕਿਉਂਕਿ ਇੱਕ ਹੁੰਦਾ ਇਤਿਹਾਸ, ਇੱਕ ਹੈ ਮਿਥਿਹਾਸ। ਜਿਹੜੇ ਪੁਰਾਣੇ ਧਰਮ ਹੈ ਜਿਨ੍ਹਾਂ ਦਾ ਇਹ ਨਹੀਂ ਪਤਾ, ਹੁਣ ਜਿਵੇਂ ਹਿੰਦੂ ਧਰਮ ਹੈ, ਬਹੁਤ ਸਾਰੇ ਲੋਕ ਹਿੰਦੂ ਧਰਮ ਕਹਿੰਦੇ ਆ, ਲੇਕਿਨ ਮੇਰੀ ਕਈ ਵਿਦਵਾਨਾਂ ਨਾਲ ਗੱਲ ਹੋਈ ਹੈ, ਉਹ ਕਹਿੰਦੇ ਹਿੰਦੂ ਧਰਮ ਹੀ ਹੈ ਨਹੀਂ ਜੀ। ਧਰਮ ਉਹ ਹੁੰਦਾ ਹੈ ਜਿਹਦਾ ਕੋਈ ਬਾਲੀ ਵਾਰਸ ਹੋਵੇ, ਜਿਹੜਾ ਕਿਸੇ ਨੇ ਇਜਾਦ ਕੀਤਾ ਹੋਵੇ। ਜਿਵੇਂ ਈਸਾਈ ਹੈ, ਕ੍ਰਿਸਚੀਅਨ ਹੈ, ਉਹ ਈਸਾ ਮਸੀਹ ਹੈ ਉਹਨਾਂ ਦਾ। ਮੁਸਲਮਾਨ ਜਿਹੜੇ ਨੇ ਉਹ ਹਜ਼ਰਤ ਮੁਹੰਮਦ ਸਾਹਿਬ ਹੈ, ਤੇ ਸਿੱਖ ਜਿਹੜੇ ਹੈਗੇ ਗੁਰੂ ਨਾਨਕ ਦੇਵ ਸਾਹਿਬ ਹੈ। ਲੇਕਿਨ ਹਿੰਦੂ ਧਰਮ ਦੇ ਵਿੱਚ 33 ਕਰੋੜ ਦੇਵੀ ਦੇਵਤੀਆਂ, ਦੇਵੀਆਂ ਦੇਵਤੇ ਜੀ। ਹੁਣ 33 ਕਰੋੜਾਂ ਦੇ ਵਿੱਚੋਂ ਕੌਣ ਮੋਢੀ ਹੈ? ਕੁਛ ਵੀ ਨਹੀਂ। ਇਸ ਕਰਕੇ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਹਿੰਦੂ ਧਰਮ ਜਿਹੜਾ ਹੈ, ਇਹ ਅਸਲ ਦੇ ਵਿੱਚ ਧਰਮ ਨਹੀਂ ਹੈਗਾ, ਇਹ ਇੱਕ ਜੀਵਨ ਜਾਚ ਹੈ ਜੀ। ਸੋ ਆਪਾਂ ਇਹ ਠੀਕ ਹੈ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਦੇ ਵਿੱਚ ਕਿ ਕੋਸ਼ਿਸ਼ RSS ਵੱਲੋਂ ਇਹ ਹੋਣੀ ਹੈ ਕਿ ਇਹਦੇ ਵਿੱਚ ਮਿਲਾਵਟ ਕੀਤੀ ਜਾਵੇ, ਸਿੱਖ ਧਰਮ ਨੂੰ ਤੋੜ ਮਰੋੜ ਕੇ ਹੋਰ ਪੇਸ਼ ਕੀਤਾ ਜਾਵੇ। ਪਰ ਹੁਣ ਕਿਉਂਕਿ ਸਿੱਖ ਧਰਮ ਨੂੰ ਜੇ ਆਪਾਂ ਕਹਿ ਦਈਏ, ਸਿੱਖ ਧਰਮ ਦੀਆਂ ਵਲਗਣਾ ਕੱਲੀਆਂ ਪੰਜਾਬ ਤੱਕ ਜਾਂ ਭਾਰਤ ਦੀਆਂ ਹੱਦਾਂ ਦੇ ਵਿੱਚ ਨਹੀਂ ਹੈ, ਬਹੁਤ ਦੂਰ। ਇਹ ਕੌਮਾਂਤਰੀ ਪੱਧਰ ਦੇ ਉੱਤੇ ਜਿਹੜੀ ਗੱਲ ਨਰਿੰਦਰ ਮੋਦੀ ਉਹਨਾਂ ਨੇ ਕੀਤੀ ਹੈ ਕਿ ਸਿੱਖ ਧਰਮ ਦੀਆਂ ਜਿਹੜੀਆਂ ਸਪਿਰਿਟ ਹੈ ਤੇ ਇਹਦੇ ਤੇ ਰਿਸਰਚ ਦੀ ਲੋੜ ਹੈ, ਉਹ ਇਹ ਹੁਣ ਤੇ ਦੇਖਣਾ ਕਿ ਜੇ ਕੌਮਾਂਤਰੀ ਪੱਧਰ ਦੇ ਉੱਤੇ ਇਹਦੀ ਐਡੀ ਵੱਡੀ ਡਿਮਾਂਡ, ਆਪਣੇ ਇਹਦੀ ਮਾਨਤਾ ਬਣ ਗਈ ਹੈ। ਜੀ ਜੀ, ਜੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਉੱਥੇ ਤੁਸੀਂ ਮਤਲਬ ਹੈ ਵੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੁੰਦਾ ਹੈ, ਜੇ ਅਮਰੀਕਾ ਦੇ ਵਿੱਚ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਉਚੇਚਾ ਥਾਂ ਦਿੱਤਾ ਜਾਂਦਾ ਹੈ, ਤੇ ਇੱਥੋਂ ਤੱਕ ਕਿ ਲੰਡਨ ਦੇ ਵਿੱਚ ਇੱਕ ਸਟਰੀਟ ਹੈ, ਜਿਹੜੀ ਇੱਕ ਸੜਕ ਹੈ, ਇੱਕ ਸੜਕ ਦਾ ਨਾਂ ਇੱਕ ਗੁਰੂ ਘਰ ਦੇ ਨਾਂ ਦੇ ਉੱਤੇ, ਗੁਰੂ ਨਾਨਕ ਨਾਂ ਦੇ ਉੱਤੇ ਹੁੰਦਾ, ਤਾਂ ਇਹ ਗੱਲ ਛੋਟੀ ਨਹੀਂ, ਬਹੁਤ ਵੱਡੀਆਂ ਗੱਲਾਂ ਹੈ। ਇਸ ਕਰਕੇ ਜਿਹੜਾ ਨਰਿੰਦਰ ਮੋਦੀ ਹੋਰਾਂ ਨੇ ਕਹੀ ਹੈ, ਮੈਂ ਉਹਦੇ ਨਾਲ ਇਸ ਗੱਲ ਨਾਲ ਸਹਿਮਤ ਹਾਂ ਕਿ ਰਿਸਰਚ ਦੀ ਲੋੜ ਹੈ ਸੱਚਮੁੱਚ, ਕਿਉਂਕਿ ਅੱਜ ਦੀ ਪੀੜ੍ਹੀ ਦੇ ਵਿੱਚ ਜਿਹੜੀ ਹੈ ਦਾਨੇਵਾਲੀਆ ਸਾਹਿਬ, ਹੁਣ ਪੜ੍ਹਨ ਦੀ ਲੋਕਾਂ ਦੇ ਵਿੱਚ ਨਾ ਤਾਂ ਉਹਨਾਂ ਟਾਈਮ ਰਿਹਾ, ਜ਼ਿੰਦਗੀ ਬੜੀ ਤੇਜ਼ ਹੋ ਗਈ, ਸਿੱਖੀ ਹੋਈ। ਮੇਰੇ ਖਿਆਲ ਮੁਤਾਬਕ ਜੇ ਇਹਨੂੰ ਆਪਾਂ ਵਿਜ਼ੂਅਲ ਟਾਈਪ ਦੇ ਵਿੱਚ ਇਹਨੂੰ ਰਿਕਾਰਡਿੰਗ ਇਹਦੀ ਕੀਤੀ ਜਾਵੇ ਤਾਂ ਪਤਾ ਲੱਗਦਾ। ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੈਗੀਆਂ, ਜਿਵੇਂ 4 ਸਾਹਿਬਜ਼ਾਦੇ, ਇੱਕ ਫਿਲਮ ਆਈ ਸੀ, ਬੜਾ 4 ਸਾਹਿਬਜ਼ਾਦੇ ਸੀ, ਉਸ 4 ਸਾਹਿਬਜ਼ਾਦਿਆਂ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਸਿੱਖ ਭਾਈਚਾਰੇ ਦੇ ਜਿਹੜੇ ਬੱਚਿਆਂ ਦੇ ਆਪਾਂ ਵਾਲ ਕਟਾ ਦਿੰਦੇ ਹੁੰਦੇ ਸੀਗੇ, ਉਹਨਾਂ ਨੇ ਵਾਲ ਰੱਖਣੇ ਸ਼ੁਰੂ ਕਰਤੇ ਸੀ, ਪੱਗਾਂ ਬੰਨਣੀਆਂ ਸ਼ੁਰੂ ਕਰਤੀਆਂ ਸੀ ਕਿ ਅਸੀਂ ਕਿਉਂ ਨਹੀਂ ਇਹ ਗੱਲ ਕਰ ਸਕਦੇ। ਸੋ ਇਹ ਕੱਲ ਜਿਹੜੀ ਹੈਗੀ ਇਹ ਮੀਟਿੰਗ ਹੋਈ ਹੈ, ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਗੱਲ ਕੀਤੀ। ਇਹਦੇ 'ਚ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਉਹਦੇ 'ਚ ਆਪਣੀਆਂ ਗੱਲਾਂ ਕਹੀਆਂ ਕੁਛ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ, ਬਾਬਾ ਜਿਹੜਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਹੈ ਜੀ, ਇਹਨਾਂ ਦਾ ਸੰਬੰਧ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ, ਸ਼੍ਰੀ ਅਨੰਦਪੁਰ ਸਾਹਿਬ, ਬਾਬਾ ਬਕਾਲਾ ਜੀ। ਇਹ ਤੋਂ ਇਲਾਵਾ 78 ਪਿੰਡਾਂ ਦੇ ਵਿੱਚ ਮਤਲਬ ਜਿਹੜੇ ਹੈਗੇ, ਜਿਹੜੇ ਇਹਨਾਂ ਦੇ ਨਾਲ ਰਿਲੇਟਡ ਇਹਨਾਂ ਦੀ ਯਾਤਰਾ ਦੇ ਨਾਲ ਹੈ। ਅਸੀਂ ਉਹਨਾਂ ਦਾ ਜਿਹੜਾ ਹੈਗਾ ਬੁਨਿਆਦੀ ਢਾਂਚਾ
ਮਤਲਬ ਉਹਨਾਂ ਨੂੰ ਵਿਕਸਿਤ ਕਰਨ ਵਾਸਤੇ ਕਰਨ ਵਾਸਤੇ ਜਿਵੇਂ ਅਨੰਦਪੁਰ ਸਾਹਿਬ ਹੈ ਜਿਹੜਾ ਹੈਗਾ ਅਨੰਦਪੁਰ ਸਾਹਿਬ ਨੂੰ ਸਮਾਰਟ ਸਿਟੀ ਦੇ ਵਿੱਚ ਲੈ ਕੇ ਆਉਣਾ ਹਾਂ ਉਹ ਜਿਹੜਾ ਬੁਨਿਆਦੀ ਢਾਂਚਾ ਉਸਾਰਨ ਦੇ ਲਈ ਅਸੀਂ ਇੱਕ ਯੋਜਨਾ ਬਣਾਈ ਹੈ ਔਰ ਇਹ ਯੋਜਨਾ ਜੀ 937 ਕਰੋੜ ਰੁਪਏ ਦਾ ਪ੍ਰੋਜੈਕਟ ਉਹਨਾਂ ਨੇ ਪੇਸ਼ ਕੀਤਾ ਜੀ ਕਿ 937 ਕਰੋੜ ਰੁਪਏ ਜਿਹੜੇ ਹੈਗੇ ਕੇਂਦਰ ਸਰਕਾਰ ਇਹ ਅਦਾ ਕਰੇ ਕਿਉਂ ਕਰੇ ਕਿਉਂਕਿ ਗੁਰੂ ਤੇਗ ਬਹਾਦਰ ਨੂੰ ਅਸੀਂ ਇਕੱਲਾ ਸਿੱਖ ਧਰਮ ਤੱਕ ਸੀਮਿਤ ਕਰਕੇ ਨਹੀਂ ਵੇਖ ਸਕਦੇ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਤਾਂ ਪਹਿਲਾਂ ਹੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਦਾ ਜਿਨ੍ਹਾਂ ਨੂੰ ਖਿਤਾਬ ਹੈਗਾ ਇਹ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਜੇ ਆਪਣਾ ਜੀਵਨ ਨਿਸ਼ਾਵਰ ਕੀਤਾ ਜੀ ਉਹਨਾਂ ਨੇ ਆਪਣਾ ਜੀਵਨ ਕੁਰਬਾਨ ਕੀਤਾ ਤਾਂ ਉਹਨਾਂ ਨੇ ਸਿਰਫ ਤੇ ਸਿਰਫ ਸਿੱਖਾਂ ਦੀ ਖਾਤਰ ਨਹੀਂ ਕੀਤਾ ਸਿੱਖਾਂ ਦਾ ਤਾਂ ਕੋਈ ਲਾਗਾ ਦੇਗਾ ਹੀ ਨਹੀਂ ਸੀ ਜੀ ਕਿਉਂਕਿ ਜਦੋਂ ਕਸ਼ਮੀਰੀ ਪੰਡਤ ਉਹਨਾਂ ਦੇ ਕੋਲੇ ਆਉਂਦੇ ਆ ਔਰ ਕਸ਼ਮੀਰੀ ਪੰਡਤ ਆ ਕੇ ਉਹਨਾਂ ਨੂੰ ਕਹਿੰਦੇ ਕਿ ਸਾਨੂੰ ਜਬਰੀ ਧਰਮ ਸਾਡਾ ਤਬਦੀਲ ਕਰਵਾ ਕੇ ਸਾਨੂੰ ਇਸਲਾਮ ਗ੍ਰਹਿਣ ਕਰਨ ਲਈ ਮਜਬੂਰ ਕਰ ਰਿਹਾ ਔਰੰਗਜ਼ੇਬ ਜੀ ਤੇ ਉਦੋਂ ਗੁਰੂ ਸਾਹਿਬ ਨੇ ਕਿਹਾ ਸੀ ਕਿਸੇ ਵੱਡੇ ਬੰਦੇ ਦੀ ਕੁਰਬਾਨੀ ਦੀ ਲੋੜ ਹੈ 10ਵੇਂ ਪਾਤਸ਼ਾਹ ਕੋਲ ਉਦੋਂ ਬਚਪਨ ਦੀ ਅਵਸਥਾ ਦੇ ਵਿੱਚ ਸੀ ਉਹਨਾਂ ਨੇ ਕਹਿ ਦਿੱਤਾ ਕਿ ਤੁਹਾਡੇ ਤੋਂ ਵੱਡੀ ਸ਼ਖਸੀਅਤ ਕੌਣ ਹੋ ਸਕਦੀ ਹੈ ਤੇ ਗੁਰੂ ਸਾਹਿਬ ਨੇ ਉੱਥੋਂ ਹੀ ਫੈਸਲਾ ਕਰ ਲਿਆ ਕਿ ਮੈਂ ਜਾਣਾ ਹੈ ਤੇ ਉਹਨੇ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਜੇ ਮੇਰਾ ਧਰਮ ਤਬਦੀਲ ਕਰਵਾ ਲਓ ਔਰ ਜਿਸ ਢੰਗ ਦੇ ਨਾਲ ਉਹਨਾਂ ਨੇ ਕੁਰਬਾਨੀ ਉੱਥੇ ਦਿੱਤੀ ਹੈ ਜਿਵੇਂ ਉਹਨਾਂ ਦਾ ਸੀਸ ਉੱਥੇ ਕਲਮ ਕੀਤਾ ਗਿਆ ਹੈ ਇਹ ਆਪਣੇ ਆਪ ਦੇ ਵਿੱਚ ਮੇਰਾ ਖਿਆਲ ਹੈ ਵੀ ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਇਹ ਤੋਂ ਵੱਡਾ ਉਦਾਹਰਨ ਕੋਈ ਹੋਰ ਨਹੀਂ ਮਿਲ ਸਕਦਾ ਕਿਉਂਕਿ ਗੁਰੂ ਸਾਹਿਬ ਨੇ ਕਿਸੇ ਹੋਰ ਧਰਮ ਨੂੰ ਬਚਾਉਣ ਵਾਸਤੇ ਜਿਸ ਧਰਮ ਦੇ ਕਿਉਂਕਿ ਕਿਸੇ ਦੇ ਧਰਮ ਦੇ ਉੱਤੇ ਅਟੈਕ ਕਰਨਾ ਉਹਦੇ ਮਨੁੱਖੀ ਅਧਿਕਾਰਾਂ ਤੇ ਅਟੈਕ ਕਰਨਾ ਬਿਲਕੁਲ ਜੀ ਬਿਲਕੁਲ ਇਹ ਆਪਾਂ ਕਹਿ ਸਕਦੇ ਗੁਰੂ ਤੇਗ ਬਹਾਦਰ ਜੀ ਤਾਂ ਮਨੁੱਖੀ ਅਧਿਕਾਰਾਂ ਦੇ ਵੀ ਸਭ ਤੋਂ ਪਹਿਲੇ ਚੈਂਪੀਅਨ ਆਪਾਂ ਕਹਾਂਗੇ ਮਨੁੱਖੀ ਅਧਿਕਾਰਾਂ ਦੇ ਜੇ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਮੋਢੀ ਜੀ ਕੋਈ ਗੁਰੂ ਹੈ ਤਾਂ ਉਹਨਾਂ ਦਾ ਨਾਂ ਗੁਰੂ ਤੇਗ ਬਹਾਦਰ ਜੀ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜਿਹੜਾ ਹੈਗਾ ਉਹ ਬਹੁਤ ਵੱਡੀ ਸ਼ਖਸੀਅਤ ਹੈ ਔਰ ਉਹਨਾਂ ਦਾ ਜਿਵੇਂ ਕਿਹਾ ਪ੍ਰਧਾਨ ਮੰਤਰੀ ਨੇ ਕਿ ਅਸੀਂ ਸਾਲ ਭਰ ਫੰਕਸ਼ਨ ਮਨਾਉਣੇ ਹੈ ਮੇਰਾ ਖਿਆਲ ਹੈ ਵੀ ਆਹ ਫੰਕਸ਼ਨਾਂ ਦੀ ਬਜਾਏ ਮਤਲਬ ਇਕੱਲੇ ਆਪਾਂ ਠੀਕ ਹੈ ਜੀ ਗੋਸ਼ਟੀਆਂ ਕਰ ਲਈਆਂ ਕਾਨਫਰੰਸਾਂ ਕਰ ਲਈਆਂ ਉਹਦੇ ਨਾਲ ਜਿਨ੍ਹਾਂ ਥਾਵਾਂ ਨੂੰ ਉਹਨਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ ਹੈ ਉਹਨਾਂ ਥਾਵਾਂ ਦੇ ਉੱਤੇ ਉਹਨਾਂ ਇਲਾਕਿਆਂ ਦਾ ਵੀ ਜਿਹੜਾ ਹੈਗਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ ਇਹ ਗੁਰੂ ਗੋਬਿੰਦ ਸਿੰਘ ਮਾਰਗ ਬਣਿਆ ਜੀ ਗੁਰੂ ਗੋਬਿੰਦ ਸਿੰਘ ਮਾਰਗ ਬਣਿਆ ਜਦੋਂ ਬਾਬੇ ਨਾਨਕ ਦਾ ਆਪਾਂ 550 ਸਾਲਾ ਪ੍ਰਕਾਸ਼ ਉਤਸਵ ਮਨਾਇਆ ਉਦੋਂ ਤੁਹਾਨੂੰ ਤੁਸੀਂ ਦੇਖਿਆ ਹੋਣਾ ਕਿ ਸਾਰੇ ਜਿੱਥੇ ਗੁਰੂ ਸਾਹਿਬ ਗਏ ਸੀਗੇ ਉੱਥੇ ਸਾਰੀਆਂ ਸਫੈਦੀ ਕੀਤੀ ਗਈ ਸੀ ਜੀ ਇੱਕ ਉਸ ਰੂਪ ਦੇ ਵਿੱਚ ਸੋ ਮੇਰੇ ਖਿਆਲ ਮੁਤਾਬਕ ਹੈ ਵੀ ਚਲੋ ਕਈ ਵਾਰੀ ਰਾਜਨੀਤਿਕ ਮਨਸ਼ਾ ਕੁਛ ਹੋਰ ਹੁੰਦੀ ਹੈ ਲੇਕਿਨ ਜਿੱਡੀ ਵੱਡੀ ਗੁਰੂ ਸਾਹਿਬ ਦੀ ਕੁਰਬਾਨੀ ਹੈ ਤੇ ਜਿੱਡੀ ਵੱਡੀ ਸ਼ਖਸੀਅਤ ਜਿੱਡੇ ਵੱਡੇ ਮਤਲਬ ਸਮਝ ਲਓ ਆਪਾਂ ਕਹਿ ਸਕਦੇ ਵੀ ਉਹਨਾਂ ਦਾ ਕੱਦ ਬੁੱਤ ਹੈ ਉਹਦੇ ਮੁਤਾਬਕ ਜਿੰਨੇ ਇੰਤਜ਼ਾਮ ਕਰ ਲੈਣ ਜੀ ਇਹ ਤਾਂ ਬਹੁਤ ਛੋਟੇ ਹੈ ਗੁਰੂ ਸਾਹਿਬ ਦੀ ਜਿਹੜੀ ਦੇਣ ਹੈ ਉਹ ਦੇਣ ਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ ਜੀ ਤੇ ਢਿੱਲੋਂ ਸਾਹਿਬ ਥੋੜੀ ਸਿਆਸੀ ਗੱਲ ਕਰਨੀ ਹੁਣ ਆਈਏ ਆਪਾਂ ਪੰਜਾਬ ਦੀ ਕਹਿੰਦੇ ਗੁਰਨਾਮ ਸਿੰਘ ਚੁੰਡੀ ਤਾਂ ਬਹੁਤ ਤਕੜਾ ਨਿਹਰਾ ਮਾਰ ਕੇ ਮਜੈਲਾਂ ਨਿਹਰਾ ਨੂੰ ਲਾਂਭਾ ਦੇ ਨੇ ਉਹ ਵੈਸੇ ਤਾਂ ਇਹ ਹੈ ਕਿ ਜਿੱਦਣ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ 26 ਜਨਵਰੀ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ ਉਸ ਤੋਂ ਬਾਅਦ ਇਹ ਲੱਗਦਾ ਸੀ ਕਿ ਕਿਸਾਨ ਅੰਦੋਲਨ ਪੋਲਾ ਪੈ ਗਿਆ ਹਾਂਜੀ ਦਮਖਮ ਨਹੀਂ ਰਿਹਾ ਖੈਰ ਥੋੜਾ ਠੀਕ ਹੈ ਵੀ ਸੈਟਬੈਕ ਤਾਂ ਸੀ ਪਰ ਉਹਦੇ ਵਿੱਚੋਂ ਕਿਸਾਨ ਅੰਦੋਲਨ ਸੰਭਲਿਆ ਤੇ ਐਕਸ਼ਨ ਦਿੱਲੀ ਕਰਨ ਦੀ ਬਜਾਏ ਫਿਰ ਉਹਨਾਂ ਨੇ ਆਪਣਾ ਜਿਹੜਾ ਹੈਗਾ ਵਿਸਥਾਰ ਕਰਨਾ ਸ਼ੁਰੂ ਕਰਤਾ ਸੀ ਤੇ ਵਿਸਥਾਰ ਦੀ ਰੂਪਰੇਖਾ ਇਹ ਬਣਾਈ ਗਈ ਸੀ ਕਿ ਮਹਾਪੰਚਾਇਤਾਂ ਕੀਤੀਆਂ ਜਾਣ ਤੇ ਮਹਾਪੰਚਾਇਤਾਂ ਵੀ ਜਿਹੜੀਆਂ ਹੈਗੀਆਂ ਇਹ ਜਾਣਬੁੱਝ ਕੇ ਕੋਈ ਜਥੇਬੰਦਕ ਤਰੀਕੇ ਨਾਲ ਨਹੀਂ ਸੋਚਿਆ ਨਹੀਂ ਸੀ ਕਿਸੇ ਨੇ ਸਗੋਂ ਇਹ ਮਹਾਪੰਚਾਇਤਾਂ ਆਪਣੇ ਆਪ ਹੀ ਕੇਂਦਰ ਨੇ ਕਰਵਾਈਆਂ ਕਿਉਂਕਿ 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਜਦੋਂ ਗਾਜ਼ੀਪੁਰ ਦੇ ਬਾਰਡਰ ਤੇ ਜਾ ਕੇ ਰਕੇਸ਼ ਟਕੈਤ ਹੋਰਾਂ ਨੂੰ ਛੇੜਿਆ ਜਦੋਂ ਉਹਨਾਂ ਨੂੰ ਜਾ ਕੇ ਬੰਗਾਰਿਆ ਤੇ ਉਹਨਾਂ ਨੂੰ ਕਿਹਾ ਕਿ ਤੁਹਾਡੀ ਗ੍ਰਿਫਤਾਰੀ ਕਰਨੀ ਤੇ ਉਹਨੇ ਕਿਹਾ ਮੈਂ ਆਪਣੇ ਬੰਦਿਆਂ ਨੂੰ ਛੱਡ ਕੇ ਗ੍ਰਿਫਤਾਰੀ ਨਹੀਂ ਦੇਵਾਂਗਾ ਉਸ ਵੇਲੇ ਜਿਹੜੀ ਉਹਨਾਂ ਦੀ ਜਿਹੜੀ ਪੁਕਾਰ ਸੀ ਜਾਂ ਜਿਹੜਾ ਉਹਨਾਂ ਨੇ ਸੱਦਾ ਦਿੱਤਾ ਸੀ ਉਸ ਸੱਦੇ ਦਾ ਨਤੀਜਾ ਹੋਇਆ ਕਿ ਰਾਤੋਂ ਰਾਤ ਚਾਹੇ ਤੁਹਾਡਾ ਪੱਛਮੀ ਉੱਤਰ ਪ੍ਰਦੇਸ਼ ਹੋਵੇ ਤੇ ਚਾਹੇ ਹਰਿਆਣਾ ਹੋਵੇ ਰਾਤੋਂ ਰਾਤ ਹੀ ਲੋਕਾਂ ਦੀਆਂ ਪੰਚਾਇਤਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਅੱਛਾ ਜੀ ਮਹਾਪੰਚਾਇਤਾਂ ਉੱਥੇ ਦੋਨਾਂ ਥਾਵਾਂ ਤੇ ਹੋ ਗਈਆਂ ਸੀ ਤੇ ਉੱਥੋਂ ਹੀ ਲੋਕਾਂ ਨੇ ਚਾਲੇ ਪਾਤੇ ਸੀ ਫਿਰ ਹੋ ਗਿਆ ਵੀ ਆਹ ਵੀ ਮਹਾਪੰਚਾਇਤ ਹੁੰਦੀ ਹੈ ਤੇ ਆਹ ਵੀ ਮਹਾਪੰਚਾਇਤ ਹੁੰਦੀ ਹੈ ਮਹਾਪੰਚਾਇਤਾਂ ਹੋਣ ਲੱਗ ਗਈਆਂ ਸੀ ਸਾਰੇ ਦੇਸ਼ ਦੇ ਵਿੱਚੋਂ ਮਹਾਪੰਚਾਇਤਾਂ ਹੁੰਦੀਆਂ ਪਿੱਛੇ ਤਾਂ ਆਪਣੇ ਜਿਹੜੇ ਹੈਗੇ ਕਿਸਾਨ ਬੰਗਾਲ ਦੇ ਵਿੱਚ ਵੀ ਜਾ ਕੇ ਕਰ ਰਹੇ ਬਿਲਕੁਲ ਕਰਿਆ ਜੀ ਬੰਗਾਲ ਤਾਂ ਬਾਈ ਜਹਾਜ਼ਾਂ 'ਚ ਹੀ ਤੁਰਿਆ ਫਿਰਦਾ ਕਿਤੇ ਪਤਾ ਨਹੀਂ ਕਿੱਥੇ ਇਕੱਲਾ ਹੀ ਨੇਰੀ ਠਾਈ ਆਉਂਦਾ ਉਹ ਬੜੀਆਂ ਆਉਂਦੀਆਂ ਉਹਦੀਆਂ ਵੀਡੀਓਜ਼ ਹਾਂਜੀ ਉਹ ਜਾ ਕੇ ਮਤਲਬ ਆਪਣੀ ਗੱਲ ਕਰਦੇ ਹਰ ਥਾਂ ਦੇ ਉੱਤੇ ਕਰਦੇ ਪੰਜਾਬ ਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ ਜਿਹੜੀ ਪਹਿਲੀ ਕਿਸਾਨ ਮਹਾਪੰਚਾਇਤ ਹੁੰਦੀ ਹੈ ਉਹ ਹੁੰਦੀ ਹੈ ਰਾਏਕੋਟ ਜਗਰਾਉਂ ਤੋਂ ਬਾਅਦ ਦੂਸਰੀ ਹੁੰਦੀ ਹੈ ਜੀ ਬਰਨਾਲਾ ਬਰਨਾਲੇ 'ਚ ਤਾਂ ਮੇਰੇ ਖਿਆਲ ਤੁਸੀਂ ਗਏ ਹੋ ਬਹੁਤ ਵੱਡੀ ਮਤਲਬ ਜਿਹੜੀ ਹੈਗੀ ਆ ਉਹ BK ਜੋਗਰਾਹਾਂ ਵੱਲੋਂ ਆਯੋਜਿਤ ਕੀਤੀ ਗਈ ਸੀ ਬਹੁਤ ਵੱਡੀ ਕਾਨਫਰੰਸ ਸੀ ਫਿਰ ਉਸ ਤੋਂ ਬਾਅਦ ਤੁਹਾਡੇ ਆਪਣੇ ਹਲਕੇ 'ਚ
ਅਬੋਹਰ ਹੁੰਦੀ ਹੈ ਜੀ, ਅਬੋਹਰ ਵਾਲੀ ਵੀ ਬਹੁਤ ਕਾਮਯਾਬ ਹੈ। ਔਰ ਸਰਹੰਦ ਹੁੰਦੀ ਹੈ। ਹਾਂ, ਅਬੋਹਰ ਵਾਲੀ ਨੂੰ ਤਾਂ ਮੈਂ ਕਹਿ ਸਕਦਾ ਜੀ ਵੀ ਉਹ ਵਾਕਿਆ ਨੰਬਰ ਵਾਲੀ ਗੱਲ ਸੀ, ਭਾਵੇਂ ਇਕੱਠ ਜਿੰਨਾ ਮਰਜ਼ੀ ਗਿਣੋ, ਪਰ ਉਸ ਇਲਾਕੇ 'ਚ ਕਿਸਾਨਾਂ ਦਾ ਇਕੱਠ ਹੋਣਾ ਆਪਣੇ ਵਿੱਚ ਬਹੁਤ ਵੱਡੀ ਬਰਾਬਰ। ਦੇਖੋ ਗੱਲ ਵੀ ਇਹ ਜਿਹੜਾ ਅਬੋਹਰ ਦਾ ਇਲਾਕਾ ਹੈ, ਇਸ ਇਲਾਕੇ ਦੇ ਇਕੱਠ ਦਾ ਜਿਹੜਾ ਕਰੈਕਟਰ ਦਾ ਵੀ ਆਪਣਾ ਦੇਖਣਾ ਪੈਣਾ ਵੀ ਉੱਥੇ ਰਲਵੀਂ ਆਬਾਦੀ ਹੈ। ਉੱਥੇ ਇਕੱਲੇ ਸਿੱਖ ਨਹੀਂ ਹੈਗੇ ਜੀ, ਸਿੱਖ ਕਿਸਾਨੀ ਨਹੀਂ ਹੈਗੀ, ਉੱਥੇ ਹਿੰਦੂ ਕਿਸਾਨੀ ਹਿੰਦੂ ਕਿਸਾਨੀ ਵੀ ਹੈ, ਖੱਤਰੀ ਕਿਸਾਨੀ ਵੀ ਹੈ, ਬਹੁਤ ਕੁਝ ਹੈ। ਉਹ ਉੱਥੇ ਹਿੰਦੂ ਕਿਸਾਨੀ ਵੀ ਹੈ। ਉਹਦੇ ਨਾਲ ਕਿਉਂਕਿ ਮਿਸਟਰ ਜਿਹੜਾ ਹੈਗਾ ਨਾਰੰਗ, ਹਾਂਜੀ, ਉਹਦਾ ਵੀ ਨਾਰੰਗ ਵਾਲਾ ਜਿਹੜਾ ਮਾਮਲਾ ਸੀ, ਨਾਰੰਗ ਅਬੋਹਰ ਨੂੰ ਬਿਲੋਂਗ ਕਰਦੇ, ਅਬੋਹਰ ਦੇ ਰਿਪਰੈਜ਼ੈਂਟੇਟਿਵ ਆ, ਉੱਥੋਂ MLA ਬਣੇ ਹੋਏ ਜੀ। ਜੋ ਕੁਛ ਮਤਲਬ ਹੈ ਵੀ ਉਹਨਾਂ ਨੇ ਆ ਕੇ ਜਿਸ ਕਿਸਮ ਦਾ ਵਿਵਹਾਰ ਕੀਤਾ ਮਲੋਟ, ਔਰ ਆਪਾਂ ਤਾਂ ਉਹਨਾਂ ਨੂੰ ਬਹੁਤ ਸਾਊ ਬੰਦੇ ਸਮਝਦੇ ਰਹੇ, ਲੇਕਿਨ ਜਿਹੜੀ ਬਲਵੀਰ ਸਿੰਘ ਰਾਜੇਵਾਲ ਦੀ ਮੈਂ ਤਕਰੀਰ ਸੁਣੀ ਹੈ ਤੁਹਾਡੀ ਰੈਲੀ 'ਚ, ਉਹਨੇ ਕਿਹਾ ਸੀ ਕਿ ਜਦੋਂ ਉਸ ਬੰਦੇ ਨੇ ਝੱਗਾ ਹੀ ਚੱਕਤਾ ਤੇ ਫਿਰ ਸਾਡੀ ਗੈਰਤਮੰਦ ਜਵਾਨੀ ਦੇ ਕੋਲ ਰਹਿ ਕੀ ਗਿਆ, ਉਹ ਲੋਕ ਉਹਨਾਂ ਨੂੰ ਪੈ ਨਿਕਲੇ। ਤੇ ਉਹ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਜਿਵੇਂ ਸਿਰ ਦੇ ਉੱਤੇ ਚੱਕਿਆ ਸੀ ਅਸਮਾਨ, ਕਿਧਰੇ ਜੀ ਪੰਜਾਬ ਸਰਕਾਰ ਨੂੰ ਬਰਖਾਸਤ ਕਰ ਦਿਓ, ਇਹ ਤਾਂ ਜੀ ਸਾਰਾ ਕੁਝ ਕੈਪਟਨ ਨੇ ਕਰਵਾਤਾ ਜੀ, ਫਲਾਣਾ ਕਰਵਾਤਾ, ਧਮਕਾ ਕਰਵਾਤਾ, ਇਹ ਕਹਿ ਕੇ ਉਹ ਕਹਿੰਦੇ ਸੀ ਇਹਨਾਂ ਦੇ ਖਿਲਾਫ। ਫਿਰ ਉੱਥੇ ਜਿਹੜੀ ਪੰਚਾਇਤ ਕੀਤੀ, ਮਹਾਪੰਚਾਇਤ ਕੀਤੀ, ਉਹ ਮਹਾਪੰਚਾਇਤ ਦੀ ਇਸ ਕਰਕੇ ਆਪਾਂ ਅਹਿਮੀਅਤ ਕਹਿ ਸਕਦੇ ਹਾਂ ਜੀ ਕਿ ਲੋਕਾਂ ਨੇ ਉਹਨੂੰ ਬਹੁਤ ਵੱਡਾ ਦਿੱਤਾ ਹੁੰਗਾਰਾ ਜੀ। ਹੁਣ ਕੱਲ ਜਿਹੜੀ ਹੈਗੀ ਆ ਉਹ ਬਟਾਲੇ 'ਚ ਹੁੰਦੀ ਹੈ। ਇਹ ਬਟਾਲੇ 'ਚ ਇੱਕ ਨਿਵੇਕਲੀ ਹੈ ਜੀ, ਕਿਉਂਕਿ ਮਾਝੇ ਦੇ ਵਿੱਚ ਹੁੰਦੀ ਹੈ। ਮਾਝੇ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਬੋਲਣ ਵਾਸਤੇ ਆਉਂਦਾ, ਤੇ ਗੁਰਨਾਮ ਸਿੰਘ ਚੜੂਨੀ ਨੇ ਜਿਹੜੀ ਗੱਲ ਕਹੀ ਹੈ, ਹੁਣ ਇਹਨੂੰ ਜੋੜ ਕੇ ਤੁਸੀਂ ਦੇਖ ਲਓ, ਇਹ ਕਿ ਜੋ ਕੁਛ ਮਲੋਟ ਦੇ ਵਿੱਚ ਹੋਇਆ ਜੀ, ਜਾਂ ਜੋ ਪੰਜਾਬ 'ਚੋਂ ਮੂਵਮੈਂਟ ਸ਼ੁਰੂ ਹੋਈ ਹੈ, ਹਰਿਆਣਾ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਗੱਲ ਕਹਿੰਦਾ ਸੀ ਕਿ ਇਹ ਸਾਰੇ ਦਾ ਸਾਰਾ ਜੀ ਪੰਜਾਬ ਸਰਕਾਰ ਦੁਆਰਾ ਪ੍ਰਮੋਟਡ ਹੈ। ਜਦੋਂ ਦਿੱਲੀ ਨੂੰ ਚਾਲੇ ਪਾਏ ਆ ਕਿਸਾਨਾਂ ਨੇ ਤੇ ਰਾਹ ਦੇ ਵਿੱਚ ਥਾਂ ਤੇ ਰੋਕਾਂ ਲਾਈਆਂ, ਉਦੋਂ ਵੀ ਇਹਨੇ ਗੱਲ ਕਹੀ ਸੀ ਕਿ ਤਾਂ ਇਹਦੀ ਪੰਜਾਬ ਦੇ ਲੋਕ ਜਾਂਦੇ ਸੀ ਕੈਪਟਨ ਅਮਰਿੰਦਰ ਸਿੰਘ ਦੇ ਚੱਕੇ ਵੇ ਜੀ। ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਹੀ ਕਹਿ ਦਿੱਤਾ ਸੀ ਕਿ 50,000 ਬੰਦਾ ਤਾਂ ਹਰਿਆਣੇ ਦਾ ਪਹੁੰਚ ਗਿਆ, ਤੇ ਗੁਰਨਾਮ ਸਿੰਘ ਚੜੂਨੀ ਕੌਣ ਹੈ ਤੂੰ ਦੱਸ ਦੇ। ਹੁਣ ਦੁਬਾਰਾ ਫਿਰ ਪੰਜਾਬ ਦੇ ਵਿੱਚ ਇਹ ਕਹਿੰਦੇ ਜੀ ਨਿਰੰਗ ਸਾਹਿਬ ਨਾਲ ਜੋ ਕੁਛ ਹੋਇਆ ਜੀ ਇਹ ਵੀ ਇਹਨਾਂ ਨੇ ਕਰਵਾਇਆ। ਤੇ ਕੱਲ ਫਿਰ ਜਿਹੜੀ ਗੱਲ ਕਹੀ ਹੈ ਚੜੂਨੀ ਸਾਹਿਬ ਨੇ ਤੇ ਉਹਨੇ ਨਹੋਰਾ ਮਾਰਿਆ, ਉਹ ਕਹਿੰਦੇ ਯਾਰ ਮੇਰੀ ਗੱਲ ਸੁਣੋ, ਮਝੈਲੋ ਮਾਝੇ ਵਾਲਿਆਂ ਨੂੰ ਆਪਾਂ ਮਝੈਲ ਕਹਿੰਦੇ, ਮਝੈਲ ਭਰਾਵੋ, ਕਹਿੰਦਾ ਗੱਲ ਸੁਣੋ, ਜਿਹੜੇ ਲੋਕ ਤੁਹਾਡਾ ਕਰਦੇ ਆ ਵਿਰੋਧ, ਤੁਹਾਡੇ ਖਿਲਾਫ ਕਾਨੂੰਨ ਬਣਾਉਣ ਵਾਲਿਆਂ ਦੇ ਨਾਲ ਖੜੇ ਆ, ਉਹਨਾਂ ਦੀ ਮਦਦ ਕਰਦੇ ਆ, ਉਹਨਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਆ ਜੀ, ਉਹ ਬੰਦੇ ਪਿੰਡਾਂ 'ਚ ਕਿਵੇਂ ਵੜ ਜਾਣ? ਉਹ ਕਹਿੰਦਾ ਯਾਰ ਤੁਸੀਂ ਕੁਛ ਸੋਚੋ, ਕੁਛ ਦੇਖੋ, ਕੁਛ ਸਿੱਖੋ ਹਰਿਆਣੇ ਵਾਲਿਆਂ ਤੋਂ। ਹਾਂ, ਕਹਿੰਦਾ ਸਿੱਖੋ ਹਰਿਆਣੇ ਵਾਲਿਆਂ ਤੋਂ। ਫਿਰ ਉਹ ਕੀ ਕਹਿੰਦਾ ਹਰਿਆਣੇ ਵਾਲਿਆਂ ਤੋਂ ਸਿੱਖ? ਉਹ ਕਹਿੰਦਾ ਹਰਿਆਣੇ ਦੇ ਮੁੱਖ ਮੰਤਰੀ ਦੀ ਇਹ ਪਹੁੰਚ ਹੈ ਵੀ ਉਹ ਕਿਤੇ ਆਪਦਾ ਆਊਟਨ ਕਟੋਲਾ ਤਾਰ ਲੇ, ਹੈਲੀਕਾਪਟਰ ਨਹੀਂ ਉਤਰਨ ਦਿੰਦੇ, ਔਰ ਹਰਿਆਣੇ ਦੇ ਮੁੱਖ ਮੰਤਰੀ ਨੂੰ ਘਰੋਂ ਬਾਹਰ ਨਿਕਲ ਦਿੰਦੇ। ਮਝੈਲੋ ਕਹਿੰਦਾ ਲੋੜ ਹੁਣ ਇਸ ਕਿਸਮ ਦੇ ਅੰਦੋਲਨ ਦੀ ਹੈ, ਜਿਹੜਾ ਇਹ ਨਿਹੋਰਾ ਮਾਰਿਆ। ਤੇ ਮਝੈਲ ਤੁਹਾਨੂੰ ਪਤਾ ਨਾ ਮੈਂ ਤਾਂ ਦੇਖਿਆ ਜੀ, ਮੈਂ ਮਝੈਲਾਂ ਦਾ ਦੇਖਿਆ। ਸਾਡੇ ਜਿਹੜੇ ਸੱਜਣ ਮਿੱਤਰ, ਮੈਨੂੰ ਤਾਂ ਪਹਿਲਾਂ ਕਦੇ ਵਾਹ ਵਾਸਤਾ ਹੈ ਨਹੀਂ ਸੀ। ਆ ਜਦੋਂ ਪਿੱਛੇ ਜੇ ਆਪਾਂ ਦਿੱਲੀ ਗਏ ਆ, ਮੈਂ ਵੀ ਸਿੰਘੂ ਬਾਰਡਰ ਤੋਂ ਆਪਣਾ ਸਿੰਘੂ ਟਿਕਰੀ ਤੋਂ ਅਗਾਂਹ ਆਉਂਦਾ ਹੈ, ਉਹ ਕਿਹੜੀ ਹੈਗੀ KMP ਜਿੱਥੋਂ ਸ਼ੁਰੂ ਹੁੰਦੀ ਹੈ, ਉਹ ਤਾਂ ਬਾਦਰਗੜ੍ਹ, ਫਿਰ KMP ਸ਼ੁਰੂ ਹੁੰਦੀ ਹੈ ਆਪਣੇ ਤੋਂ, ਕੀ ਕਹਿੰਦੇ ਕੁੰਡਲੀ ਤੋਂ, ਕੁੰਡਲੀ ਹਾਂਜੀ, ਕੁੰਡਲੀ ਕੀ ਹੋਇਆ, ਮੈਂ ਕੁੰਡਲੀ ਜਿੱਥੇ ਜਾ ਕੇ ਅਸੀਂ ਠਹਿਰੇ ਹੋਏ ਸੀ, ਜਿੱਥੇ ਸਾਡਾ ਟਿਕਾਣਾ ਸੀਗਾ, ਜਿੱਥੇ ਆਮ ਲੋਕ ਨੂੰ ਸਿੰਘੂ ਬਾਰਡਰ ਤੋਂ, ਹਾਂ ਸਿੰਘੂ, ਹਾਂ ਕੁੰਡਲੀ, ਅਸੀਂ ਜਿਸ ਥਾਂ ਤੇ ਠਹਿਰੇ ਸੀ, ਅਸੀਂ ਤੁਰੇ ਜਾ ਰਹੇ ਹਾਂ। ਇੱਕ ਨੌਜਵਾਨ ਮੁੰਡਾ ਜੀ, ਬੜਾ ਮਤਲਬ ਐ ਕੋਲ ਦੀ ਲੰਘਿਆ, 2 ਕਦਮ ਗਾਂਹ ਜਾ ਕੇ ਉਹਨੇ ਰੋਕ ਲਿਆ ਜੀ। ਰੋਕਣ ਤੋਂ ਬਾਅਦ ਦੇਖ ਕੇ ਮੇਰੇ ਕੋਲ ਪਛਾਣ ਲਿਆ ਉਹਨੇ ਮੈਨੂੰ ਕਹਿੰਦਾ ਜੀ ਤੁਸੀਂ ਬਠਿੰਡਾ? ਮੈਂ ਕਿਹਾ ਹਾਂ। ਬਖਤੌਰ? ਮੈਂ ਕਿਹਾ ਹਾਂ। ਮੈਂ ਆਪਣਾ ਜੋ ਨਾਂ ਲਿਆ, ਤੇ ਉਹ ਬੰਦੇ ਨੇ ਬਹੁਤ ਸਤਿਕਾਰ ਕੀਤਾ ਜੀ, ਫੋਟੋਆਂ ਵੀ ਖਿਚਾਈਆਂ, ਸਾਰਾ ਕੁਝ ਕਰਕੇ ਕਿ ਮੇਰੇ ਨਾਲ ਲਿਵਿੰਗ ਕੰਟੈਕਟ ਹੈ ਜੀ ਉਦੋਂ ਤੋਂ, ਕਿਉਂਕਿ ਕੁਦਰਤੀ ਉਹ ਮੁੰਡੇ ਦਾ ਨਾਮ ਬਿਕਰਮ ਸਿੰਘ ਬੋਪਾਰਾ ਹੈ, ਇੱਥੇ ਆਪਣੇ ਬਠਿੰਡੇ ਇੰਜੀਨੀਅਰਿੰਗ ਕਾਲਜ ਪੜ੍ਹ ਕੇ ਗਿਆ ਸੀ ਜੀ। ਉਦੋਂ ਮੈਂ ਫਿਰ ਇੱਕ ਦਿਨ ਅਸੀਂ ਬੈਠ ਕੇ ਕਿਤੇ ਲੰਗਰ ਪਾਣੀ ਛਕਿਆ ਤੇ ਗੱਲਾਂ ਬਾਤਾਂ ਕੀਤੀਆਂ। ਦਾਨੇ ਵਾਲੀਆ ਸਾਹਿਬ ਉੱਥੇ 2-3 ਬੰਦਿਆਂ ਨੇ ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਪ੍ਰਬੰਧ ਕੀਤਾ, ਆਪਣੀ ਬੱਸ ਲਈ ਹੈ ਜੀ, ਆਪਣੀ ਬੱਸ ਲਾ ਕੇ ਕਿ ਅਪ ਡਾਊਨ ਹੁੰਦਾ ਰਹੇ, ਆਪਣੀ ਵੱਡਾ ਟਰਾਲਾ ਜਿਹੜਾ ਹੈਗਾ 4 ਟਾਇਰਾਂ 8 ਟਾਇਰਾਂ, ਉਹ ਟਾਇਰਾਂ ਵਾਲਾ ਟਰਾਲਾ ਉਹਨਾਂ ਨੇ ਉੱਥੇ ਖੜਾ ਕੀਤਾ। ਲੋਕ ਆਉਂਦੇ ਆ ਤੇ ਜਾਂਦੇ ਆ, ਖਰਚਾ ਪੱਠਾ ਵੀ ਸਾਰਾ ਇਕੱਠਾ ਕਰਕੇ ਉਹ ਆਪ ਦਿੰਦੇ। ਇਹ ਹੁਣ ਪਿੱਛੇ ਜੇ ਬਠਿੰਡੇ ਇੱਕ ਦਿਨ ਉਹ ਆਏ ਤੇ ਉਦੋਂ ਉਹਨੇ ਗੱਲ ਕੀਤੀ, ਉਹ ਕਹਿੰਦੇ ਜੀ ਅਸੀਂ ਉੱਥੇ ਆਪਣੀ ਜਿਹੜੀ ਕੁਟੀਆ ਵੀ ਬਣਾਤੀ। ਅੱਛਾ ਜੀ। ਲੋਕ ਉਹਨੂੰ ਝੋਂਪੜੀ ਕਹਿ ਦਿੰਦੇ ਆ, ਕੋਈ ਉਹਨੂੰ ਕੋਈ ਕੁਛ ਕਹਿੰਦੇ, ਕੁਟੀਆ ਵੀ ਉਹਨਾਂ ਨੇ ਬਣਾ ਦਿੱਤੀ ਹੈ ਕਿ ਸਾਡੇ ਲੋਕ ਆ ਕੇ ਇੱਥੇ ਰਹਿਣ।
ਸੋ ਮੇਰੇ ਖਿਆਲ ਮੁਤਾਬਕ ਹੈ ਕਿ ਆਪਣੇ ਲੋਕ ਜਿਹੜੇ ਹੈਗੇ ਆ ਘਰ ਘਰ ਤੋਂ ਆਪਣੇ ਵੀ ਗਏ ਆ, ਲੇਕਿਨ ਜਿਹੜੇ ਮਾਝੇ ਦੇ ਲੋਕ ਆ, ਖਾਂਦੇ ਪੀਂਦੇ ਲੋਕ ਖਾਸ ਕਰਕੇ, ਉਹਨਾਂ ਦੇ ਵਿੱਚ ਇੱਕ ਵੱਖਰੀ ਸਪਿਰਿਟ ਹੈ। ਤੇ ਕੱਲ ਜਿਹੜਾ ਟੀਕਾ ਲਾਇਆ ਹੈ ਗੁਰਨਾਮ ਸਿੰਘ ਚੜੂਨੀ, ਮੇਰਾ ਖਿਆਲ ਹੈ ਵੀ ਇਹ ਟੀਕਾ ਕਾਫੀ ਅਸਰ ਕਰੂਗਾ। ਇਸ ਟੀਕੇ ਨੇ ਬਹੁਤ ਅਸਰ ਕਰਨਾ, ਕਿਉਂਕਿ ਗੁਰਨਾਮ ਸਿੰਘ ਚੜੂਨੀ ਦੀ ਜਿਹੜੀ ਸ਼ਖਸੀਅਤ ਹੈ, ਉਹ ਇਸ ਸ਼ਖਸੀਅਤ ਦੇ ਮਾਲਕ ਹੈ ਜਿਹਨੂੰ ਅਸੀਂ ਮਿਲੀਟੈਂਟ ਕਹਿ ਦਿੰਦੇ, ਉਹ ਬੇਪਰਵਾਹ ਖਾੜਕੂ ਹੈ। ਔਰ ਕੱਲ ਤੁਸੀਂ ਦੇਖਿਆ ਹੋਣਾ ਕਿ ਉਹੀ ਮੁੰਡਾ ਜਿਹਨੇ ਪਾਣੀ ਦੀਆਂ ਉਹ ਵਿਛਾੜਾਂ ਦਾ ਮੂੰਹ ਦੂਜੇ ਪਾਸੇ ਕੀਤਾ ਸੀ, ਉਹ ਵੀ ਨਾਲ ਆਇਆ ਹੋਇਆ। ਅੱਛਾ ਜੀ, ਉਹ ਵੀ ਚੰਗਾ ਬੋਲਦਾ, ਬੋਲਦਾ ਤਾਂ ਹਰਿਆਣਵੀ ਚ ਹੈ, ਬਾਂਗਰੂ ਚ। ਹਾਂ, ਉਹ ਜਿਹੜੀ ਹਰਿਆਣਵੀ ਜਿਹੜੀ ਹੈਗੀ ਪੌਦੀ ਚ। ਤੇ ਇਧਰ ਜਿਹੜਾ, ਕਿਉਂਕਿ ਗੁਰਨਾਮ ਸਿੰਘ ਚੜੂਨੀ ਤਾਂ ਪੜ੍ਹਿਆ ਲਿਖਿਆ ਆਦਮੀ, ਇਹਦੀ ਕਮਾਂਡ ਹੈ ਬਹੁਤ ਵਧੀਆ। ਉਹਨੇ ਆ ਕੇ ਜਿਹੜਾ ਨਿਹੋਰਾ ਮਾਰਿਆ, ਤੇ ਮੇਰੇ ਖਿਆਲ ਮੁਤਾਬਕ ਉਹ ਟੀਕਾ ਜਿਹੜਾ ਨਾੜ ਚ ਲਾ ਗਿਆ, ਉਹ ਅਸਰ ਦਿਖਾਊਗਾ ਆਪਦਾ। ਤੇ ਢਿੱਲੋਂ ਸਾਹਿਬ, ਉਹ ਤਾਂ ਟੀਕਾ ਨਾੜ ਚ ਲਾ ਗਏ ਹੈ, ਪਰ ਇੱਧਰ ਟੀਕਾ ਹੋਰ ਹੀ ਲੱਗਦਾ ਨਜ਼ਰ ਆਉਂਦਾ ਹੈ। ਉਹ ਤਾਂ ਕਹਿੰਦੇ ਸੀ ਅਸੀਂ ਬਾਦਲਾਂ ਨੂੰ ਲਾਂਭੇ ਕਰ ਦੇਣਾ ਸਿਆਸਤ ਤੋਂ, ਆਪਦੇ ਇਹਨਾਂ ਦੇ ਪੈਰ ਨਹੀਂ ਲੱਗਦੇ, ਥਿੜਕਦੇ ਫਿਰਦੇ ਆ। ਹਾਂਜੀ, ਜਦੋਂ ਨੂੰ ਇਕੱਠੇ ਹੁੰਦੇ ਕੋਈ ਨਾ ਕੋਈ ਤਰੇੜ ਫੇਰ ਪੈ ਜਾਂਦੀ ਹੈ, ਫੈਵੀਕੋਲ ਨਹੀਂ ਲੱਭਦੀ ਜੋੜਨ ਨੂੰ। ਨਹੀਂ, ਉਹ ਅਸਲ ਦੇ ਵਿੱਚ ਗੱਲ ਇਹ ਹੈ ਕਿ ਜਦੋਂ ਸ਼ੁਰੂ ਦੇ ਵਿੱਚ 2017 ਦੀ ਇਲੈਕਸ਼ਨ ਹੋਈ ਹੈ ਜੀ, 2017 ਦੀ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਨੂੰ ਬੜੀ ਭਿਆਨਕ ਮਾਰ ਪਈ ਹੈ। ਤਾਂ ਉਸ ਮਾਰ ਤੋਂ ਬਾਅਦ ਜਿਹੜੀ ਪਹਿਲੀ ਮੀਟਿੰਗ ਹੁੰਦੀ ਹੈ, ਉਸ ਮੀਟਿੰਗ ਦੇ ਵਿੱਚ ਜਿਹੜੀ ਸ਼ੁਰੂਆਤ ਕੀਤੀ ਸੀ, ਉਹ ਸਰਦਾਰ ਰਣਜੀਤ ਸਿੰਘ ਬਰਮਪੁਰਾ ਹੋਰਾਂ ਨੇ ਕੀਤੀ ਸੀ। ਬਾਦਲ ਸਾਹਿਬ ਨੂੰ ਸੁਝਾਅ ਦਿੱਤਾ ਸੀ ਵੀ ਕਾਕਾ ਜੀ ਦੇ ਵਾਸਤਾ ਰੋਗ ਨਹੀਂ, ਕਮਾਂਡ ਤੁਸੀਂ ਸੰਭਾਲੋ, ਤੇ ਆਪਾਂ ਨੂੰ ਸੈਟਬੈਕ ਬਹੁਤ ਵੱਡੀ ਲੱਗ ਗਈ, ਤੈਨੂੰ ਆਪਾਂ ਸੰਭਾਲੀਏ। ਲੇਕਿਨ ਬਾਦਲ ਸਾਹਿਬ ਦਾ ਪਾਣੀ ਉੱਪਰ ਦੀ ਟੱਪਿਆ ਹੋਇਆ ਕੰਟਰੋਲ, ਕਿਉਂਕਿ ਪਹਿਲਾਂ ਹੀ ਪਰਿਵਾਰ ਕੋਲੇ, ਬਾਕੀ ਪਰਿਵਾਰ ਕੋਲੇ ਚਲਾ ਗਿਆ, ਗੱਲ ਬਣੀ ਨਹੀਂ। ਤੇ ਸ਼ੁਰੂ ਦੇ ਵਿੱਚ ਇਹਨਾਂ ਬੰਦਿਆਂ ਨੇ ਅਕਾਲੀ ਦਲ ਨੂੰ ਅਲਵਿਦਾ ਕਹੀ। ਉਹਦੇ 'ਚ 3 ਆਦਮੀ ਹੁੰਦੇ ਆ, ਸਰਦਾਰ ਰਣਜੀਤ ਸਿੰਘ ਬਰਮਪੁਰਾ, ਡਾਕਟਰ ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਜੀ। ਇਹ ਬਾਹਰ ਆ ਗਏ ਸੀ। ਰਤਨ ਸਿੰਘ ਅਜਨਾਲਾ ਦਾ ਬੇਟਾ ਬੋਨੀ ਅਜਨਾਲਾ ਤਾਂ ਫਿਰ ਬਾਅਦ ਦੇ ਵਿੱਚ ਚਲਾ ਗਿਆ ਸੀ, ਵਾਪਸੀ ਕਰ ਗਿਆ ਸੀ, ਘਰ ਵਾਪਸੀ ਕਰ ਗਿਆ ਸੀ। ਉਹ ਆਪਣੇ ਘਰ ਬੈਠੇ ਹੈ, ਉਮਰ ਵੀ ਉਹਨਾਂ ਦੀ ਵਡੇਰੀ ਹੈ। ਇਹ ਰਹਿ ਗਏ ਸੇਖਵਾਂ ਸਾਹਿਬ ਤੇ ਬਰਮਪੁਰਾ ਸਾਹਿਬ। ਇਹਨਾਂ ਨੇ ਜਿਹੜੀ ਹੈਗੀ ਹੈ, ਜਿਹੜੀ ਪਿਛਲੀ ਪਾਰਲੀਮੈਂਟ ਦੀ ਚੋਣ ਹੋਈ ਸੀ 2019 ਵੇਲੇ, ਉਸ ਵੇਲੇ ਇਹਨਾਂ ਨੇ ਤਾਲਮੇਲ ਕਰ ਲਿਆ ਸੀਗਾ ਬਾਕੀ ਧਿਰਾਂ ਨਾਲ। ਸੁਖਪਾਲ ਸਿੰਘ ਖਹਿਰਾ ਹੋ ਗਿਆ ਤੁਹਾਡਾ, ਤੇ ਬਾਕੀ CPI CPM ਨਿੱਕੀਆਂ ਨਿੱਕੀਆਂ ਪਾਰਟੀਆਂ ਜੋ ਇਹਨਾਂ ਨੇ ਇੱਕ ਫਰੰਟ ਬਣਾਇਆ ਸੀ, ਉਸ ਫਰੰਟ ਦੇ ਵਿੱਚ ਚਲੇ ਗਏ ਸੀ। ਤੇ ਬੀਬੀ ਪਰਮਜੀਤ ਕੌਰ ਖਾਲੜਾ, ਜਿਹੜੀ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਬਿੱਡੋ ਹੈ, ਉਹਨਾਂ ਨੂੰ ਇਹਨਾਂ ਨੇ ਖਡੂਰ ਸਾਹਿਬ ਤੋਂ ਖੜਾ ਕੀਤਾ ਸੀ। ਚਲੋ ਵੱਖਰੀ ਗੱਲ, ਵੋਟਾਂ ਸੋਹਣੀਆਂ ਲੈ ਗਏ ਸੀ, ਪਰ ਉਹ ਜਿੱਤ ਤੋਂ ਬਹੁਤ ਦੂਰ ਰਹਿ ਗਏ ਸੀ। ਫਿਰ ਉਹ ਤੋਂ ਬਾਅਦ ਢੀਂਡਸਾ ਸਾਹਿਬ ਹੋਰੀ ਆ ਗਏ ਸੀ। ਇਹਨਾਂ ਨੇ ਟਕਸਾਲੀ ਅਕਾਲੀ ਦਲ ਬਣਾ ਲਿਆ ਸੀ, ਢੀਂਡਸਾ ਸਾਹਿਬ ਹੋਰੀ ਆਪਦਾ ਆ ਕੇ, ਤੇ ਇਹ ਫਿਰ ਬਾਅਦ ਦੇ ਵਿੱਚ ਪਹਿਲਾਂ ਤਾਂ ਕੋਆਰਡੀਨੇਟ ਕਰਕੇ ਇਕੱਠੇ ਚੱਲਦੇ ਰਹੇ, ਤੇ ਮਗਰੋਂ ਇਹਨਾਂ ਦੇ ਭਾਂਡੇ ਜਿਹੜੇ ਉਹ ਵੰਡੇ ਗਏ, ਅਲੱਗ-ਅਲੱਗ ਹੋ ਗਏ। ਹੁਣ ਫਿਰ ਇਹ ਖਬਰਾਂ ਆਉਣ ਲੱਗ ਗਈਆਂ ਕਿ ਜੀ ਇਹ ਸਾਰੇ ਇਕੱਠੇ ਹੋ ਰਹੇ ਜੀ। ਢੀਂਡਸਾ ਸਾਹਿਬ ਨੇ ਵੀ ਕਹਿ ਦਿੱਤਾ ਜੀ ਮੇਰੀ ਗੱਲਬਾਤ ਚੱਲੀ ਜਾਂਦੀ ਉਹਨਾਂ ਨਾਲ। ਤੇ ਕੱਲ ਜਦੋਂ ਬਰਮਪੁਰਾ ਸਾਹਿਬ ਨੂੰ ਪੁੱਛਿਆ ਪੱਤਰਕਾਰਾਂ ਨੇ ਵੀ ਤੁਹਾਡਾ ਕੀ ਕਹਿਣਾ, ਵੀ ਤੁਸੀਂ ਹੈਗੇ ਢੀਂਡਸਾ ਸਾਹਿਬ ਦੇ ਨਾਲ, ਤੇ ਉਹਨੇ ਕਹਿੰਦਾ ਢੀਂਡਸਾ ਮੇਰੇ ਨਾਲ, ਮੈਂ ਉਹਦੇ ਨਾਲ। ਇਹ ਗੱਲ ਉਹਨੇ ਸਹਿਰ ਕੀਤੀ। ਅਸਲ ਜਿਹੜੀ ਗੱਲ ਹੁਣ ਹੈਗੀ, ਇਹ ਗੱਲ ਆਉਂਦੀ ਹੈ ਅਗਲੀ। ਅਗਲੀ ਗੱਲ ਇਹ ਹੈ ਕਿ ਕੀ ਪੰਜਾਬ ਦੇ ਵਿੱਚ ਜਿਹੜਾ ਹੈਗਾ, ਇਹਨਾਂ ਸਾਰੀਆਂ ਤਰ੍ਹਾਂ ਨੂੰ ਛੱਡ ਕੇ, ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਜ਼ਾਹਰਾ ਤੌਰ ਦੇ ਉੱਤੇ ਤਿੰਨ ਤਰ੍ਹਾਂ ਨੇ, ਅਕਾਲੀ ਦਲ, ਕਾਂਗਰਸ ਤੇ ਬੀਜੇਪੀ। ਆਮ ਆਦਮੀ ਪਾਰਟੀ ਕਰਕੇ ਆਮ ਆਦਮੀ ਪਾਰਟੀ ਕਮਜ਼ੋਰ ਪੈ ਗਈ ਹੈ, ਬੀਜੇਪੀ ਵੀ ਕਮਜ਼ੋਰ ਆ। ਮੁੱਖ ਤੌਰ ਦੇ ਉੱਤੇ ਇਸ ਵੇਲੇ ਆਪਾਂ ਕਾਂਗਰਸ ਤੇ ਅਕਾਲੀ ਦਲ ਉਹਦੇ 'ਚ ਕਿ ਜੇ ਅਸੀਂ ਬਦਲਦੇ ਰੂਪ ਦੇ ਵਿੱਚ ਆਉਣਾ, ਤਾਂ ਫਿਰ ਇਹ ਹੋਇਆ ਸੀ ਕਿ ਆਪਾਂ ਬੈਠ ਕੇ ਕੁਛ ਨਾ ਕੁਛ ਗੱਲ ਕਰ ਲਈਏ ਜੀ। ਤਾਂ ਫਿਰ ਇਹ ਮੀਟਿੰਗਾਂ ਦਾ ਇਹਨਾਂ ਦਾ ਸਿਲਸਿਲਾ ਸ਼ੁਰੂ ਹੋਇਆ। ਇੱਕ ਮੀਟਿੰਗ ਦਾ ਪਤਾ ਲੱਗਿਆ ਕਿ ਪਰਮਿੰਦਰ ਸਿੰਘ ਢੀਂਡਸਾ ਦੀ ਮੀਟਿੰਗ ਹੁੰਦੀ ਹੈ ਤੁਹਾਡਾ ਜਿਹੜਾ ਇਹਨਾਂ ਦਾ ਰਾਘਵ ਚੱਡੇ ਨਾਲ। ਰਾਘਵ ਚੱਡੇ ਨਾਲ ਗੱਲਬਾਤ ਹੁੰਦੀ ਹੈ, ਤੇ ਪੱਤਰਕਾਰਾਂ ਨੇ ਉਹਨੂੰ ਪੁੱਛ ਲਿਆ ਵੀ ਤੇਰੀ ਗੱਲਬਾਤ ਹੋਈ ਹੈ? ਕਹਿੰਦਾ ਹਾਂਜੀ ਮੇਰੀ ਗੱਲਬਾਤ ਹੋਈ ਹੈ। ਕਾਹਦੇ ਬਾਰੇ? ਉਹਨੇ ਕਹਿੰਦਾ ਕਿ ਪੰਜਾਬ ਦੇ ਵਿੱਚ ਅਸੀਂ ਚੌਥਾ ਫਰੰਟ ਹੈ ਜਿਹੜਾ, ਉਹਨੂੰ ਬਣਾਉਣਾ ਚਾਹੁੰਦੇ, ਉਹਨੂੰ ਮਜ਼ਬੂਤ ਕਰਨਾ ਚਾਹੁੰਦੇ। ਚੌਥੇ ਫਰੰਟ ਦੇ ਵਿੱਚ ਉਹ ਕਹਿੰਦੇ ਵੀ ਡੈਮੋਕ੍ਰੈਟਿਕ ਅਕਾਲੀ ਦਲ ਹੋ ਗਿਆ, ਆਮ ਆਦਮੀ ਪਾਰਟੀ ਹੋ ਗਈ। ਗੱਲ ਸਾਡੀ ਕਹਿੰਦੇ ਚੱਲੀ ਜਾਂਦੀ ਹੈ ਖਹਿਰਾ ਸਾਹਿਬ ਨਾਲ ਵੀ, ਉਹਨਾਂ ਨਾਲ ਵੀ ਹੈਗੀ ਹੈ ਗੱਲ। ਥੋੜਾ ਜਿਹਾ ਕਹਿੰਦੇ ਜੇ ਸਿੱਧੂ ਸਾਹਿਬ ਆ ਜਾਣ, ਨਵਜੋਤ ਸਿੰਘ ਸਿੱਧੂ, ਗੱਲ ਉਹ ਵੀ ਠੀਕ ਹੈ, ਹਾਂ। ਔਰ ਨਾਲ ਬਹੁਜਨ ਸਮਾਜ ਪਾਰਟੀ ਨਾਲ ਵੀ ਤਾਲਮੇਲ ਬਿਠਾਉਣ ਦੇ ਯਤਨ ਕੀਤੇ ਜਾ ਰਹੇ ਜੀ। ਜਦੋਂ ਦਾਨੇੜੀਆ ਸਾਹਿਬ ਇਹ ਖਬਰ ਆ ਗਈ ਤੇ TV ਚੈਨਲਾਂ ਤੇ ਖਬਰ ਚੱਲਣੀ ਸ਼ੁਰੂ ਹੋ ਗਈ, ਫਿਰ ਨਾਲ ਦੀ ਨਾਲ ਹੀ ਜੀ, ਮਤਲਬ ਮੇਰਾ ਖਿਆਲ ਕਿਸੇ ਦੇ ਹੋ ਗਈ ਢਿੱਡ ਵਿੱਚ ਪੀੜ। ਅੱਛਾ ਜੀ, ਉਹ ਤਾਂ ਹੋਈ ਜਾਂਦੀ ਆਪਣੇ ਵਾਲਿਆਂ ਦੇ ਉਹਦੀ। ਹਾਂ, ਜੋ ਢਿੱਡ ਵਿੱਚ ਪੀੜ ਹੋ ਗਈ ਤੇ ਫਿਰ ਇਮੀਡੀਏਟ, ਕਿਉਂਕਿ ਗੱਲਬਾਤ ਹੋਈ ਹੈ ਰਾਘਵ ਚੱਡਾ ਨਾਲ। ਰਾਘਵ ਚੱਡਾ ਸਹਿ ਇੰਚਾਰਜ ਹੈ ਪੰਜਾਬ ਦਾ। ਇਹਨੂੰ ਹੁਣ ਕੰਟਰਾਡਿਕਟ ਕਰਨ ਵਾਸਤੇ ਕੌਣ ਹੈ?
ਉਹਦਾ ਇਹੀ ਆਏ ਹੁਣ ਇਹਨਾਂ ਦੀ ਪਾਰਟੀ ਨਹੀਂ ਸਟੇਟ ਦਾ ਪ੍ਰੈਜ਼ੀਡੈਂਟ ਹੈ ਮਿਸਟਰ ਭਗਵੰਤ ਮਾਨ ਆਪ ਨਹੀਂ ਆਇਆ। ਹਾਂ, ਹਰਪਾਲ ਸਿੰਘ ਚੀਮਾ ਆ ਗਿਆ ਅੱਗੇ। ਅੱਛਾ ਜੀ। ਹਰਪਾਲ ਸਿੰਘ ਚੀਮਾ ਕਹਿੰਦਾ ਜੀ ਨਹੀਂ ਗੱਲਬਾਤ ਜ਼ਰੂਰ ਹੋਈ ਹੈ ਪਰ ਗੱਠਜੋੜ ਦੀ ਗੱਲਬਾਤ ਬਿਲਕੁਲ ਨਹੀਂ ਹੋਈ। ਆਮ ਆਦਮੀ ਪਾਰਟੀ ਘਬਰਾਉਂਦੇ ਆ ਨਾ, ਆਮ ਆਦਮੀ ਪਾਰਟੀ ਕਹਿੰਦੇ ਕਿਸੇ ਨਾਲ ਗੱਠਜੋੜ ਨਹੀਂ ਕਰੂਗੀ। ਆਮ ਆਦਮੀ ਪਾਰਟੀ ਆਪਦੇ ਬਲਬੂਤੇ ਇਲੈਕਸ਼ਨ ਲੜੂਗੀ। ਸਹਿ ਇੰਚਾਰਜ ਨਾਲ ਗੱਲ ਹੋ ਰਹੀ ਹੈ। ਤੇ ਨਾਲ ਅਗਲੀ ਗੱਲ ਕਹਿੰਦਾ ਕਿ ਜਿਹੜੀ ਗੱਲਬਾਤ ਹੋਈ ਹੈ ਉਹ ਤਾਂ ਇਹ ਹੈ ਕਿ ਢੀਂਡਸਾ ਗਰੁੱਪ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਸ਼ਾਮਲ ਹੋਣ ਬਾਰੇ ਗੱਲ ਕਰਨ ਆਇਆ ਸੀ। ਅੱਛਾ, ਉਹਨਾਂ ਨੇ ਖੰਡਨ ਕਰਤਾ। ਉਹ ਕਹਿੰਦੇ ਸਾਡੀ ਕਾਬ ਦੀ ਪਾਰਟੀ ਹੈ, ਸਾਡੀ ਪੰਥਕ ਪਾਰਟੀ ਹੈ, ਅਸੀਂ ਸੀਟਾਂ ਦੀ ਐਡਜਸਟਮੈਂਟ ਚੋਣ ਗੱਠਜੋੜ ਤਾਂ ਕਰ ਸਕਦੇ ਹਾਂ, ਉਹਦੇ ਬਾਰੇ ਅਸੀਂ ਗੱਲਬਾਤ ਅਸੀਂ ਆਪਦਾ ਬੇਸ ਕਿਵੇਂ ਛੱਡ ਦਿਆਂਗੇ। ਇਹ ਗੱਲ ਨਹੀਂ। ਉਹ ਹੁਣ ਇਹਦੇ ਤੇ ਰਾਜਨੀਤਿਕ ਪੰਡਤਾਂ ਨੇ ਟੇਬਲ ਲਾਉਣੇ ਸ਼ੁਰੂ ਕਰ ਦਿੱਤੇ ਕਿ ਹੋਇਆ ਕਿਉਂ। ਜੇ ਆਪਾਂ ਦੇਖੀਏ ਹਰਪਾਲ ਸਿੰਘ ਚੀਮਾ ਉਹ ਵਿਰੋਧੀ ਧਿਰ ਦਾ ਆਗੂ ਹੈ ਜੀ, ਪਰ ਵਿਰੋਧੀ ਧਿਰ ਦਾ ਜਿਹੜਾ ਸਭ ਤੋਂ ਪਹਿਲਾ ਆਗੂ ਤਾਂ ਐਚ.ਐਸ. ਫੂਲਕਾ ਸੀ। ਐਚ.ਐਸ. ਫੂਲਕਾ ਸਾਹਿਬ ਦੀ ਆਪਦੀ ਮਜਬੂਰੀ ਬਣ ਗਈ। ਸੁਪਰੀਮ ਕੋਰਟ ਦੇ ਵਿੱਚ ਜਿਹੜਾ ਉਹਦਾ ਚੈਂਬਰ ਸੀ ਉਹ ਨੂੰ ਖਤਰਾ ਪੈਦਾ ਹੋ ਗਿਆ ਸੀ, ਉਹ ਛੱਡ ਕੇ ਉਧਰ ਚਲੇ ਗਏ। ਫਿਰ ਬਣ ਗਏ ਖਹਿਰਾ ਸਾਹਿਬ ਜੀ। ਸੁਖਪਾਲ ਸਿੰਘ ਖਹਿਰੇ ਦਾ ਇਸ ਕਰਕੇ ਥੋੜਾ ਜਿਹਾ ਅੜੰਗਾ ਪੈ ਗਿਆ ਕਿਉਂਕਿ ਉਹਨੇ ਕਹਿਤਾ ਵੀ ਕੇਜਰੀਵਾਲ ਨੇ ਮਾਫੀ ਕਿਉਂ ਮੰਗੀ ਹੈ ਤੇ ਸਾਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ। ਉਹਨੂੰ ਵੀ ਲਾਂਭੇ ਕਰਤਾ। ਤੇ ਫਿਰ ਕਿਉਂਕਿ ਜਿਹੜੇ ਇਹ ਸੰਗਰੂਰ ਪਾਰਲੀਮਾਨੀ ਹਲਕੇ ਨਾਲ ਸੰਬੰਧਿਤ ਹੈ, ਚੀਮਾ ਸਾਹਿਬ ਭਗਵੰਤ ਸਿੰਘ ਮਾਨ ਨੇ ਸਿਫਾਰਿਸ਼ ਕਰਤੀ ਵੀ ਇਹਨੂੰ ਬਣਾ ਦਿਓ, ਦਲਿਤ ਭਾਈਚਾਰੇ ਚੋਂ ਦਾ ਉਹਨੂੰ ਬਣਾਤਾ। ਹੁਣ ਇਹ ਹੈ ਆਪਣੇ ਪੰਜਾਬੀ ਦਾ ਇੱਕ ਗਾਣਾ ਵੀ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ, ਤੇਰਾ ਯਾਰ ਬੋਲ। ਇਹ ਹੁਣ ਬੋਲਦਾ ਕੌਣ ਹੈ? ਮੂੰਹ ਤਾਂ ਹੈਗਾ ਭਗਵੰਤ ਹਰਪਾਲ ਸਿੰਘ ਚੀਮਾ ਦਾ ਤੇ ਪਿੱਛੋਂ ਕੋਈ ਹੋਰ ਬੋਲਦਾ ਹੈ। ਮੇਰੇ ਖਿਆਲ ਪਿੱਛੋਂ ਇਹ ਖਤਰਾ ਪੈਦਾ ਹੋਗਾ ਵੀ ਜੇ ਕੋਈ ਵੱਡਾ ਗੱਠਜੋੜ ਬਣ ਗਿਆ ਤੇ ਕਿਤੇ ਮੁੱਖ ਮੰਤਰੀ ਦੀ ਕੁਰਸੀ ਕਰਕੇ ਤਾਂ ਪਿਛਲੀ ਵਾਰੀ ਰਗੜੇ ਗਏ। ਬਸ ਉਹ ਮੁੱਖ ਮੰਤਰੀ ਦੀ ਕੁਰਸੀ ਦਾ ਰੌਲਾ ਇਸ ਕਰਕੇ ਇਹ ਹੈ ਵੀ ਗੱਠਜੋੜ ਹੋਣ ਤੋਂ ਪਹਿਲਾਂ ਹੀ ਤਿਰਕਣ ਵਾਲੀ ਗੱਲ ਹੋ ਗਈ। ਤੇ ਇਹ ਜਿਹੜਾ ਤੀਲਾ ਕੋਈ ਆਪਦੀ ਆਪ ਨਹੀਂ ਹੋਇਆ, ਤੀਲਾ ਆਪਦੀ ਕਰ ਲੈਂਦੇ ਆਪ ਹੀ ਬੌਕਰ ਜਵਾਕਾਂ ਵਾਂਗੂ ਖਿਲਾਰ ਦਿੰਦੇ। ਬਿਲਕੁਲ ਜੀ ਬਿਲਕੁਲ ਹੈ ਨੀ। ਤੇ ਢਿੱਲੋਂ ਸਾਹਿਬ ਹੁਣ ਆਪਾਂ ਗੱਲ ਕਰੀਏ ਕਰੋਨਾ ਪ੍ਰੋਟੋਕਾਲ ਨੂੰ ਲੈ ਕੇ। ਦਿੱਲੀ ਹਾਈ ਕੋਰਟ ਨੇ ਕੇਂਦਰ ਤੇ ਚੋਣ ਕਮਿਸ਼ਨ ਨੂੰ ਕਿਉਂ ਨੋਟਿਸ ਦਿੱਤਾ? ਉਹ ਇਸ ਕਰਕੇ ਨੋਟਿਸ ਦਿੱਤਾ ਜੀ ਕਿਉਂਕਿ ਹਰ ਥਾਂ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ 2 ਗਜ ਦੀ ਦੂਰੀ ਵੀ ਕਹੀ ਜਾਂਦੇ ਆ, ਗਮਛਾ ਵੀ ਕਹੀ ਜਾਂਦੇ ਆ, ਮਾਸਕ ਵੀ ਕਹੀ ਜਾਂਦੇ, ਸਭ ਕੁਝ ਕਹੀ ਸਾਰਾ ਕੁਝ ਕਹੀ ਜਾਂਦੇ। ਲੇਕਿਨ ਪ੍ਰਧਾਨ ਮੰਤਰੀ ਦੇਸ਼ ਦਾ ਲੀਡਰ ਹੈ। ਦੇਸ਼ ਦੇ ਲੀਡਰ ਨੇ ਜਿਹੜੀ ਲੋਕਾਂ ਨੂੰ ਜਿਹੜੇ ਪਾਸੇ ਨੂੰ ਲੈ ਕੇ ਜੋ ਲੀਡਰ ਕਰੂਗਾ ਲੋਕ ਵੀ ਉਹੀ ਕਰਨਗੇ। ਹੁਣ ਜਦੋਂ ਲੀਡਰ ਸਾਹਿਬ ਜਾਂਦੇ ਆ ਚੋਣ ਰੈਲੀਆਂ ਕਰਨ ਜੀ, ਉੱਥੇ ਸਾਹਮਣੇ ਸੰਗਤਾਂ ਬੈਠੀਆਂ ਹੁੰਦੀਆਂ, ਉਹਨਾਂ ਦੇ ਵਿੱਚ ਕਿਸੇ ਦੇ ਵਿੱਚ ਕੋਈ ਮਾਸਕ ਨਹੀਂ ਹੁੰਦਾ, ਬੰਦੇ ਨਾਲ ਬੰਦਾ ਅੜਿਆ ਬੈਠਾ ਹੁੰਦਾ। ਬਿਲਕੁਲ ਠੀਕ ਹੈ। ਤੇ ਕਈ ਵਾਰੀ ਤਾਂ ਲੀਡਰਾਂ ਦੇ ਆਪਦੇ ਵੀ ਨਹੀਂ ਹੁੰਦੇ। ਇਹ ਜਿਹੜਾ ਸਾਰਾ ਕੁਝ ਹੋਇਆ ਵੀ ਇਹ ਹੋਈ ਕੀ ਜਾਂਦਾ ਵੀ ਸਿੱਖਿਆ ਤੁਸੀਂ ਕੁਝ ਹੋਰ ਦੇਈ ਜਾਂਦੇ ਹੋ, ਅਮਲ ਤੁਸੀਂ ਕੁਝ ਹੋਰ ਕਰਦੇ ਹੋ। ਇਹਦੇ 'ਚ ਕੀ ਹੈ? ਇਹਦੇ 'ਚ ਕੋਈ ਤੁਹਾਡੇ ਵਰਗਾ ਸੱਜਣ ਜੀ ਪਹੁੰਚ ਗਿਆ ਦਿੱਲੀ ਹਾਈ ਕੋਰਟ, ਉਹਨੇ ਜਾ ਕੇ ਪਟੀਸ਼ਨ ਦਾਇਰ ਕਰਤੀ। ਅੱਛਾ ਜੀ। ਉਹ ਕਹਿੰਦਾ ਜੀ ਜਿਹੜਾ ਪ੍ਰੋਟੋਕੋਲ ਹੈ ਇਹ ਪ੍ਰੋਟੋਕੋਲ ਦੀ ਉਲੰਘਣਾ ਕਿਉਂ ਹੁੰਦੀ ਹੈ ਜੀ? ਖਾਸ ਕਰਕੇ ਉੱਥੇ ਉਲੰਘਣਾ ਕਿਉਂ ਹੁੰਦੀ ਹੈ ਜਿੱਥੇ ਪ੍ਰਧਾਨ ਮੰਤਰੀ ਦੀਆਂ ਮੀਟਿੰਗਾਂ ਹੁੰਦੀਆਂ, ਰੈਲੀਆਂ ਹੁੰਦੀਆਂ, ਗ੍ਰਹਿ ਮੰਤਰੀ ਦੀਆਂ ਰੈਲੀਆਂ ਹੁੰਦੀਆਂ, ਦੇਸ਼ ਦੇ ਜਿਹੜੇ ਵੱਡੇ ਲੀਡਰ ਹੈ ਉਹਨਾਂ ਦੀਆਂ ਰੈਲੀਆਂ ਹੁੰਦੀਆਂ। ਸਕੂਲਾਂ ਦੇ ਬੱਚਿਆਂ ਤੇ ਪ੍ਰੋਟੋਕੋਲ ਲਾਗੂ ਕਰਤਾ ਜੀ। ਆਮ ਤੁਰੇ ਜਾਂਦੇ ਜੇ ਕੋਈ ਰਾਹਗੀਰ ਆ ਉਹਨਾਂ ਤੇ ਲਾਗੂ ਕਰ ਦਿੱਤਾ। ਹੁਣ ਤਾਂ ਇਹ ਆ ਗਿਆ ਕਿ ਜੇ ਕਾਰ ਦੇ ਵਿੱਚ ਤੁਸੀਂ ਬੈਠੇ ਤੇ ਤੁਹਾਨੂੰ ਕੱਲਿਆਂ ਤੇ ਵੀ ਉਹਦੇ ਤੇ ਹੁੰਦਾ। ਤੇ ਜਿੱਥੇ ਲੱਖਾਂ ਦੀਆਂ ਰੈਲੀਆਂ ਹੁੰਦੀਆਂ ਜੀ ਉੱਥੇ ਪ੍ਰੋਟੋਕੋਲ ਨੂੰ ਫੋਲੋ ਕਿਉਂ ਨਹੀਂ ਕੀਤਾ ਜਾਂਦਾ? ਕੌਣ ਕਸੂਰਵਾਰ ਹੈ ਜੀ, ਇਹਦੀ ਜ਼ਿੰਮੇਵਾਰੀ ਫਿਕਸ ਕਰੋ। ਤਾਂ ਹੁਣ ਦਿੱਲੀ ਹਾਈ ਕੋਰਟ ਵਾਸਤੇ ਬੜਾ ਇਹ ਧਰਮ ਸੰਕਟ ਪੈਦਾ ਹੋ ਗਿਆ। ਉਹਨਾਂ ਨੇ ਫਿਰ ਗੱਲਾਂ 2 ਕੀਤੀਆਂ। ਇੱਕ ਤਾਂ ਉਹਨਾਂ ਨੇ ਕਹਿਤਾ ਚੋਣ ਕਮਿਸ਼ਨ ਨੂੰ ਵੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ, ਤੁਸੀਂ ਇਹ ਪ੍ਰੋਟੋਕੋਲ ਨੂੰ ਇੰਪਲੀਮੈਂਟ ਕਰਾਉਣੇ ਜੀ। ਇਹ ਕਿਉਂ ਨਹੀਂ ਕਰਵਾਇਆ ਤੁਸੀਂ ਦੱਸੋ। ਤੇ ਦੂਜਾ ਕੇਂਦਰ ਸਰਕਾਰ ਨੂੰ ਵੀ ਭਾਈ ਤੁਹਾਡੀਆਂ ਬਣਾਈਆਂ ਹੋਈਆਂ ਯੋਜਨਾਵਾਂ ਦੀ ਤੁਸੀਂ ਹੀ ਉਲੰਘਣਾ ਤੁਹਾਡੇ ਜੇ ਪ੍ਰਧਾਨ ਮੰਤਰੀ ਕਰਦੇ ਜਾਂ ਗ੍ਰਹਿ ਮੰਤਰੀ ਕਰਦੇ ਤਾਂ ਇਸ ਕਰਕੇ ਉਹਨਾਂ ਨੇ ਨੋਟਿਸ ਦਿੱਤਾ। ਹੁਣ ਇਸ ਨੋਟਿਸ ਦਾ ਜਵਾਬ ਕੀ ਦਿੰਦਾ ਚੋਣ ਕਮਿਸ਼ਨ ਤੇ ਕੀ ਕੇਂਦਰ ਸਰਕਾਰ ਦਿੰਦੀ ਹੈ? ਮੇਰਾ ਖਿਆਲ ਵੀ ਇਲੈਕਸ਼ਨ ਤਾਂ ਟੱਪ ਜੂਗੀ। ਇਲੈਕਸ਼ਨ ਤਾਂ ਟੱਪ ਗਈ, ਹੁਣ ਮਗਰ ਕੀ ਰਹਿ ਗਿਆ? ਬਾਕੀ ਬੰਗਾਲ ਦੀਆਂ ਰਹਿ ਗਈਆਂ। ਬਾਕੀ ਤਾਂ ਨਿਬੜਤੀਆਂ ਬੰਗਾਲ ਦੀਆਂ ਰਹਿ ਗਈਆਂ। ਬੰਗਾਲ ਦੇ ਵਿੱਚ ਤੁਸੀਂ ਸਮਝ ਲਓ 3 ਗੇੜ ਹੋ ਚੁੱਕੇ ਹੈ ਤੇ 5 ਗੇੜ ਰਹਿੰਦੇ ਆ। ਇੱਕ ਅੱਧਾ ਗੇੜ ਵੀ ਲੰਮਾ ਲੈ ਗਏ, ਇਹ 8 ਗੇੜ ਇਹ ਤਾਂ ਫਿਰ ਇਸ ਕਰਕੇ ਲੈ ਕੇ ਗਏ ਨਾ ਜੀ। ਉਹ ਕਹਿੰਦੇ ਇਕੱਲੇ ਉਟਾਵਾਂਗੇ। ਪਰ ਗੱਲ ਇਹ ਆ ਵੀ ਇਹ ਤਾਂ ਹੁਣ ਪਤਾ ਲੱਗੂ ਢਹਿੰਦੇ ਕੌਣ ਢਹਿੰਦਾ ਤੇ ਕੌਣ ਨਹੀਂ ਢਹਿੰਦਾ। ਖਬਰਾਂ ਤਾਂ ਬੜੀਆਂ ਕਲਲੀਆਂ ਆ ਰਹੀਆਂ। ਬੰਗਾਲ ਦੇ ਵਿੱਚੋਂ ਵੀ ਖਬਰਾਂ ਆ ਰਹੀਆਂ ਕਾਂਟੇ ਦੀ ਟੱਕਰ ਹੈ, ਲੇਕਿਨ ਜਿਹੜੀ ਅਸਾਮ ਨੂੰ ਸਮਝਦੇ ਸੀ ਵੀ ਜੇਬ 'ਚ ਹੀ ਪਿਆ ਉਹ ਕਹਿੰਦੇ ਨਿਕਲ ਰਿਹਾ। ਅਸਾਮ ਦੇ ਵਿੱਚ ਹੋਰ ਹੀ ਕੁਛ ਹੋ ਗਿਆ। ਅਸਾਮ ਵੀ ਨਿਕਲ ਰਿਹਾ ਤੇ ਇਸ ਹਿਸਾਬ ਦੇ ਨਾਲ ਤਾਂ ਅਸਾਮ 'ਚ ਤਾਂ ਕਹਿੰਦੇ ਇੱਕ ਉਮੀਦਵਾਰ ਹੀ ਖਰੀਦ ਗਏ। ਬਿਲਕੁਲ ਕਾਂਗਰਸ ਦਾ ਉਮੀਦਵਾਰ ਹੀ ਸਣੇ ਕਹਿੰਦੇ ਨਿਸ਼ਾਨ ਲੈ ਕੇ ਆਪਦੇ। ਹਾਂ ਨਿਸ਼ਾਨ ਲੈ ਗਏ ਸੀ। ਹਾਂਜੀ ਇਸ ਕਰਕੇ ਮਤਲਬ ਜਿਹੜਾ ਇਹ ਹੈ ਜੀ ਨੋਟਿਸ। ਧੰਨਵਾਦ ਤੁਹਾਡਾ।
ਢਿੱਲੋਂ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਦਿਓ ਜੀ ਤੇ ਮੁਲਾਕਾਤ ਹੋਏਗੀ ਸੋਮਵਾਰ ਨੂੰ। ਸੋ ਬਾਕੀ ਜਿਹੜੇ ਨੇ ਜੀ ਸਾਡਾ ਇਸ ਤੋਂ ਬਾਅਦ ਪ੍ਰੋਗਰਾਮ ਗੀਤ ਬਹਾਰ ਜਿਹੜਾ ਉਹਦਾ ਰਿਪੀਟ ਚੱਲੇਗਾ। ਸ਼ਮਾਦਾਨ।